ਜਿਹੜੇ ਮਾਫੀਏ ਨੇ ਉਹ ਇੰਨਾ ਜ਼ਿਆਦਾ ਪਾਵਰਫੁਲ ਹੋ ਚੁੱਕੇ ਆ ਹੈ ਜੀ। ਉਹ ਲੜਨ ਲਈ ਤਾਂ ਸਾਨੂੰ ਅਸੀਂ ਤਾਕਤਾਂ ਮੰਗਦੇ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਮਾਫੀਆਸ ਤੋਂ ਬਚਾਵਾਂਗੇ ਤਾਂ ਹੀ ਬਚਾਵਾਂਗੇ ਜੇ ਸਾਨੂੰ ਤੁਸੀਂ ਤਾਕਤਵਰ ਕਰੋਗੇ। ਜੀ ਹੁਣ ਕਿਹੜੀ ਤਾਕਤ ਭਾਲਦੇ ਹੋ? 5 ਸਾਲ ਤੁਹਾਨੂੰ ਸਰਕਾਰ ਦੇ ਦਿੱਤੇ, ਮਾਫੀਆ ਸਾਰਾ ਚੱਲੀ ਜਾਂਦਾ। ਮੈਂ ਤਾਂ ਨਾ ਤਾਂ ਗਵਰਨਮੈਂਟ 'ਚ ਸੀ, ਕੋਸ਼ਿਸ਼ਾਂ ਨੇ, ਬਟ ਜਿਹੜੀਆਂ ਮਾਫੀਆ ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀਰੇ ਉਹ ਇੰਨਾ ਜ਼ਿਆਦਾ ਤਾਕਤਵਰ ਹੈ, ਬਹੁਤ ਜ਼ਿਆਦਾ ਤਾਕਤਵਰ। ਸਰਕਾਰ ਨਾਲੋਂ ਜ਼ਿਆਦਾ ਤਾਕਤਵਰ ਮਾਫੀਆ। ਦੇਖੋ ਜੇ ਸਰਕਾਰ 'ਚ ਵਿੱਚ ਰਲ ਮਿਲ ਜਾਂਦੇ ਆ ਬੰਦੇ, ਬਹੁਤ ਲੋਕ ਨੇ ਸਾਰੇ। ਤੁਹਾਡੀ ਸਰਕਾਰ 'ਚ ਕਿਹੜੇ ਬੰਦੇ ਰਲੇ ਤੁਹਾਡੀ ਸਰਕਾਰ? ਉਹਨਾਂ ਕੋਲੇ ਗਏ ਕਦੇ ਵੀ ਆਹ ਕੰਮ ਨਹੀਂ ਹੋਏ? ਹਾਂਜੀ ਮੈਂ 100% ਆਪਣੀ ਕਹਿੰਦੇ ਸੀ ਕੈਪਟਨ, ਮੈਂ ਉਹਨਾਂ ਦੇ ਕੰਨ 'ਚ ਦੱਸ ਕੇ ਆਉਂਦੀ ਸੀ। ਕੌਨਫੀਡੈਂਟ ਬਹੁਤ ਹਾਂ, ਤੁਹਾਨੂੰ ਲੱਗਦਾ ਟਿਕਟ ਮਿਲ ਜੂ? ਟਿਕਟਾਂ ਤਾਂ ਹਾਲੇ ਅਨਾਊਂਸ ਨਹੀਂ ਹੋਈਆਂ। ਮੈਂ 5 ਸਾਲ ਆਪਣਾ ਵਾਅਦਾ ਨਿਭਾਇਆ। ਵਾਅਦਾ ਤਾਂ ਹਰਜੋਤ ਕਮਲ ਕਹਿੰਦੇ ਮੈਂ ਵੀ ਨਿਭਾਇਆ, ਕੰਮ ਤਾਂ ਮੈਂ ਵੀ ਬਹੁਤ ਕੀਤਾ ਮੇਰੀ ਟਿਕਟ ਦਾ। ਭਰੋਸਾ ਮਿਲਿਆ ਕਿ ਤੁਸੀਂ ਸੀਐਮ ਤੋਂ ਜਾਂ ਪਾਰਟੀ ਪ੍ਰਧਾਨ ਤੋਂ? ਬਿਲਕੁਲ ਜੀ। 2017 'ਚ ਜਿਹੜੇ ਵਾਅਦੇ ਕੈਪਟਨ ਨੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਬੇਅਦਬੀ ਦਾ ਇਨਸਾਫ ਅਧੂਰਾ ਪਿਆ, ਡਰੱਗ ਵਾਲੇ ਮਸਲੇ 'ਤੇ ਅਧੂਰੇ, ਹੋਰ ਬਹੁਤ ਸਾਰੇ ਨੇ। ਤਾਂ ਹੁਣ ਜਦੋਂ ਤੁਸੀਂ ਦੁਬਾਰਾ ਉਹੀ ਵਾਅਦੇ ਲੈ ਕੇ ਜਾਓਗੇ ਤਾਂ ਲੋਕ ਸਵਾਲ ਕਰਨਗੇ। ਹੁਣ ਤੁਸੀਂ ਇਹ ਨਾ ਕਹਿ ਦਿਓ ਉਦੋਂ ਕੈਪਟਨ ਸੀਗੇ। ਇੱਕ ਮੰਚ ਬਣਿਆ ਜੂਝਦਾ ਪੰਜਾਬ, ਕੁਝ ਕਲਾਕਾਰ ਨੇ, ਅਮਿਤੋਜ ਮਾਨ, ਬੱਬੂ ਮਾਨ, ਸੀਪੀ ਗਿੱਲ, ਉਹਨਾਂ ਦਾ ਕਹਿਣਾ ਕਿ ਅਸੀਂ ਸਿਆਸਤ ਤੋਂ ਬਾਹਰ ਰਹਿ ਕੇ ਬਿਹਤਰ ਕੰਮ ਕਰ ਸਕਦੇ ਹਾਂ। ਨੂੰ ਆਉਣਾ ਚਾਹੀਦਾ ਸਿਆਸਤ 'ਚ, ਕਿਉਂ ਨਹੀਂ ਆਉਣਾ? ਚੰਗੀ ਗੱਲ ਹੈ। ਸਿਆਸੀ ਪਾਰਟੀਆਂ ਬਹੁਤ ਵਾਰੀ ਆਪਣਾ ਅੜਿਆ ਗੱਡਾ ਕੱਢਣ ਦੇ ਲਈ ਸਟਾਰਡਮ ਦਾ ਸਹਾਰਾ ਲੈਂਦੀਆਂ ਨੇ। ਤਾਂ ਬਹੁਤ ਸਾਰੇ ਕਲਾਕਾਰ, ਫਿਲਮੀ ਸਿਤਾਰੇ ਸਿਆਸਤ 'ਚ ਆਏ ਅਤੇ ਬਹੁਤ ਸਾਰੇ ਨਿਰਾਸ਼ ਹੋ ਕੇ ਵਾਪਸ ਮੁੜੇ। ਤਾਂ ਸਤਵਿੰਦਰ ਬਿੱਟੀ ਵੀ ਪੰਜਾਬੀ ਦੇ ਮਸ਼ਹੂਰ ਗਾਇਕ ਸੀ। ਸਿਆਸਤ ਦਾ ਰਾਹ ਉਹਨਾਂ ਨੇ ਚੁਣਿਆ, ਸਿਆਸਤ 'ਚ ਆਏ, ਆ ਕੇ ਇੱਕ ਵਾਰੀ ਫੇਲ ਹੋਏ ਅਤੇ ਦੂਜੀ ਵਾਰ ਇਸ ਵਾਰ ਕੋਸ਼ਿਸ਼ ਕਰ ਰਹੇ ਨੇ। ਸਤਵਿੰਦਰ ਬਿੱਟੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਤਾਂ ਕੀ ਕਹਿੰਦੇ ਸਤਵਿੰਦਰ ਬਿੱਟੀ? ਬਿੱਟੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਗਨ ਜੀ, ਔਰ ਸਮੂਹ ਪੰਜਾਬੀਆਂ ਨੂੰ ਬਹੁਤ ਹੀ ਸਤਿਕਾਰ ਨਾਲ ਮੈਂ ਸਤਿ ਸ਼੍ਰੀ ਅਕਾਲ ਕਹਿੰਦੇ ਹੋਏ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਚੈਨਲ ਜ਼ਰੀਏ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚਾਓਗੇ। ਗਾਣੇ ਤਾਂ ਤੁਹਾਡੇ ਬਹੁਤ ਸੁਣੇ, ਤੁਸੀਂ ਦਿਲ ਦੀਆਂ ਛਾਤਰੀਆਂ 'ਤੇ, ਗੋਲੇ ਚੀਨੇ, ਬੈਠੇ, ਉੱਡ ਗਏ, ਪਰ ਹੁਣ ਲੱਗਦਾ ਸਿਆਸਤ ਵਾਲਾ ਜਿਹੜਾ ਚੀਨਾ ਇਸ ਵਾਰ ਛਾਤਰੀ 'ਤੇ ਬੈਠ ਜੂਗਾ। ਦੇਖੋ ਹਰ ਕੰਮ ਦਾ ਐਕਸਪੀਰੀਅੰਸ ਹੁੰਦਾ ਜੀ, ਅਤੇ ਹਰ ਕੰਮ ਨੂੰ ਜਦੋਂ ਤੁਸੀਂ ਜਿਵੇਂ ਮਿਊਜ਼ਿਕ 'ਚ ਵੀ ਇੱਕ ਸੁਰ ਹੋ ਜਾਂਦਾ ਬੰਦਾ, ਤਾਂ ਗਾਣੇ ਆਪਣੇ ਆਪ ਸਾਰਿਆਂ ਦੇ ਦਿਲ 'ਚ ਵਸ ਜਾਂਦੇ ਆ। ਅਤੇ ਇਹ ਚੀਜ਼ ਮੈਂ ਮਿਊਜ਼ਿਕ 'ਚ ਰਹਿ ਕੇ ਸਿੱਖੀ ਕਿ ਜਦੋਂ ਤੁਸੀਂ ਸਵਰ ਨੂੰ ਸਮਝਣ ਲੱਗ ਜਾਂਦੇ ਹੋ ਨਾ, ਜਦੋਂ ਤੁਸੀਂ ਮਿਊਜ਼ਿਕ 'ਚ ਤੁਹਾਨੂੰ ਪਤਾ ਹੁੰਦਾ ਸਟੇਜ 'ਤੇ ਕਿ ਪਿੱਛੇ ਮੇਰਾ ਕਿਹੜਾ ਜਿਹੜਾ ਸਜਿੰਦਾ ਹੈ, ਮੇਰਾ ਭੈਣ ਭਰਾ ਪਿੱਛੇ ਵਜਾ ਰਿਹਾ, ਉਹ ਅੱਜ ਕਿਹੜਾ ਸੁਸਤ ਹੋ ਗਿਆ ਅਤੇ ਕਿਹੜਾ ਥੋੜ੍ਹਾ ਜਿਹਾ ਉਹਦਾ ਦਿਮਾਗ ਕਿਤੇ ਹੋਰ ਹੈ ਅਤੇ ਵਜਾ ਉੱਥੇ ਰਿਹਾ ਹੈ। ਜਦੋਂ ਸਮਝਣ ਲੱਗ ਜਾਂਦਾ ਉਦੋਂ ਕਹਿੰਦੇ ਬੰਦਾ ਇੱਕ ਸੁਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਆਸਤ 'ਚ ਮੈਨੂੰ ਕਿਸਮਤ ਲੈ ਕੇ ਆਈ, ਜੋ ਮੈਂ ਸਮਝਦੀ ਹਾਂ। ਕਦੇ ਸੋਚਿਆ ਨਹੀਂ ਸੀ ਜੀਵਨ 'ਚ ਕਿ ਇਸ ਤਰ੍ਹਾਂ ਦੇ ਹਾਲਾਤ ਵੀ ਪਰਮਾਤਮਾ ਨੇ ਮੇਰੀ ਲਾਈਫ 'ਚ ਲੈ ਕੇ ਆਉਣੇ ਹੈ, ਪਰ ਉਹਦਾ ਧੰਨਵਾਦ ਹੈ ਕਿਉਂਕਿ ਤੁਹਾਡੀ ਕਿਸਮਤ ਪਰਮਾਤਮਾ ਲਿਖਦੇ ਹੈ। ਮੈਂ ਇਸ ਤਰ੍ਹਾਂ ਸਮਝਦੀ ਹਾਂ, ਬੰਦਾ ਨਹੀਂ ਕੁਛ ਕਰ ਸਕਦਾ। ਅਤੇ ਮੈਂ ਖਿੜੇ ਮੱਥੇ ਪ੍ਰਵਾਨ ਕਰਦੀ ਹਾਂ ਜੋ ਗੁਰੂ ਸਾਹਿਬ ਨੇ ਮੇਰੇ 'ਤੇ ਕਿਰਪਾ ਕੀਤੀ। ਇਹ ਬਹੁਤ ਵੱਡੀ ਕਿਰਪਾ ਹੈ, ਸਾਰਿਆਂ ਲਈ ਕੁਛ ਕਰਨ ਜੋਗਾ ਹੋਣਾ। ਅਤੇ ਉਸ ਪਲੇਟਫਾਰਮ 'ਤੇ ਮੈਨੂੰ ਲੈ ਕੇ ਆਏ। ਅਤੇ ਭਾਵੇਂ ਅਸੀਂ ਪਿਛਲੀ ਇਲੈਕਸ਼ਨ, ਮੈਂ ਹੀ ਸਮਝਦੀ ਹਾਂ ਹਾਰ ਜਿੱਤ 'ਚ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਕੰਮ ਦੀ ਲਗਨ ਇੰਨੀ ਹੋਣੀ ਚਾਹੀਦੀ ਹੈ। ਮੈਂ ਹਾਕੀ ਨੈਸ਼ਨਲ ਖੇਡੀ ਹਾਂ, ਬੜੇ ਮੈਚ ਹੁੰਦੇ ਸੀ, ਮੈਂ ਇੰਨਾ ਚੰਗਾ ਖੇਡਣਾ, ਭਾਵੇਂ ਅਸੀਂ ਮੈਚ ਹਾਰ ਜਾਂਦੇ ਸੀ ਪਰ ਮੈਂ 3-3 ਗੋਲ ਵੀ ਕੀਤੇ ਹੁੰਦੇ ਸੀ ਉਸ ਮੈਚ। ਸੋ ਉਹ ਚੀਜ਼ ਤੋਂ ਮੈਂ ਪ੍ਰੇਰਿਤ ਸੀ। ਭਾਵੇਂ ਅਸੀਂ ਹਾਰੇ, ਪਰ ਜਦੋਂ ਸਰਕਾਰ ਬਣ ਗਈ ਤਾਂ ਬਹੁਤ ਚੀਜ਼ਾਂ 'ਚ ਮੈਂ ਆਪਣੇ ਹਲਕੇ 'ਚ ਇੰਨੇ ਕੰਮ ਕਰਾਏ ਆ। ਮੈਂ ਕਹਿੰਦੀ ਹਾਂ ਮੈਂ ਸਾਹਮਣੇ ਤੁਸੀਂ ਮੁਕਾਬਲਾ ਕਰਕੇ ਬਿਠਾ ਲਓ ਅਤੇ ਓਨੇ ਕੰਮ ਅਕਾਲੀ ਦਲ ਨੇ ਪਿਛਲੇ 10 ਸਾਲਾਂ 'ਚ ਨਹੀਂ ਕਰਾਏ ਹੋਣੇ ਜਿੰਨੇ ਤੁਹਾਡੀ ਭੈਣ ਕਰਾਉਣ 'ਚ ਕਾਮਯਾਬ ਹੋਈ ਹੈ ਆਪਣੇ ਇਲਾਕੇ 'ਚ। 5 ਸਾਲਾਂ 'ਚ ਕੋਈ 5 ਕੰਮ ਦੱਸ ਦਿਓ। ਸਭ ਤੋਂ ਵੱਡਾ ਕੰਮ ਹੀਰੋ ਸਾਈਕਲ ਇੰਡਸਟਰੀ, ਤੁਸੀਂ ਜ਼ਰੂਰ ਦੇਖ ਕੇ ਜਾਇਓ। ਇਹ 'ਚ ਅਸੀਂ ਜ਼ਰੂਰ ਪਿੱਛੇ ਰਹੇ ਹਾਂ ਕਿ ਅਸੀਂ ਪ੍ਰੈਸ 'ਚ ਜ਼ਿਆਦਾ ਚੀਜ਼ਾਂ ਨਹੀਂ ਆ ਪਾਈਆਂ। ਪ੍ਰੈਸ 'ਚ ਹੋਰ ਚੀਜ਼ਾਂ ਬੜੀਆਂ ਕਵਰ ਹੁੰਦੀਆਂ ਨੇ, ਬਟ ਜਿਹੜੇ ਕੰਮ ਹੁੰਦੇ ਆ ਉਹ ਵੀ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਜ਼ਰੂਰ ਪਤਾ ਹੋਣ। ਮੈਂ ਆਪਣੇ ਲਾਈਵ 'ਤੇ ਤਾਂ ਪਾਉਂਦੀ ਰਹਿੰਦੀ ਹਾਂ। ਜਿਵੇਂ ਹੀਰੋ ਸਾਈਕਲ ਇੰਡਸਟਰੀ ਤੁਸੀਂ ਜਾ ਕੇ ਦੇਖੋਗੇ ਜਿਸ ਲੈਵਲ 'ਤੇ ਬਣੀ ਹੈ,
ਤੇ ਉਹ ਸਾਡੇ ਇਸ ਦੌਰਾਨ ਬਣੀ ਹੈ ਜੀ। ਆ ਤੁਸੀਂ ਜਿਸ ਰੋਡ ਤੇ ਆਏ ਹੋ ਸਾਹਨੇਵਾਲ ਤੋਂ ਮਾਛੀਵਾੜਾ ਤੱਕ, ਇਹ ਰੋਡ ਸਾਡੀ ਬੁਰੀ ਤਰ੍ਹਾਂ ਡੈਮੇਜ ਸੀਗੀ। ਤੇ ਭਾਵੇਂ ਅਸੀਂ ਹਾਰੇ ਸੀ, ਪਰ ਮੈਂ ਬਾਰ-ਬਾਰ ਸਾਡੇ ਮਾਨਯੋਗ ਸੀਗੇ ਮੰਤਰੀ ਸੀਗੇ ਵਿਜੇਂਦਰ ਸਿੰਗਲਾ ਜੀ, ਇਹਨਾਂ ਨਾਲ ਅਸੀਂ ਬੇਨਤੀਆਂ ਕਰਦੇ ਰਹੇ ਔਰ ਸਾਡੇ ਦੌਰਾਨ ਇਹ ਸੜਕ ਪਾਸ ਹੋਈ ਔਰ ਥੋੜ੍ਹਾ ਜਿਹਾ ਉਹਦਾ ਹਿੱਸਾ ਰਹਿ ਗਿਆ ਸੀ, ਉਹ ਵੀ ਸ਼ੁਰੂ ਹੋ ਗਿਆ ਬਣਨਾ ਜੀ, ਪੂਰਾ ਬਣ ਚੁੱਕੀ ਹੈ। ਫਿਰ ਇਸ ਤੋਂ ਬਾਅਦ ਤੁਸੀਂ ਕਿਉਂਕਿ ਹਾਰੇ ਹੋਏ ਹਲਕੇ 'ਚ ਨਾ ਜੀ ਅਸੀਂ ਪਿਛਲੇ ਨੰਬਰ 'ਤੇ ਚਲੀ ਗਈ ਮੈਂ। ਤੁਸੀਂ ਇਹ ਚੀਜ਼ ਨੂੰ ਅੰਡਰਸਟੈਂਡ ਕਰੋ। ਅਗਲਾ ਕਹਿੰਦਾ ਕਈ ਤਾਂ ਲੋਕ ਕਹਿਣਗੇ ਲੈ ਆਹ ਨਹੀਂ ਹੋਇਆ, ਉਹ ਨਹੀਂ ਹੋਇਆ। ਮੈਂ ਦੱਸਣਾ ਚਾਹੂੰਗੀ ਪਹਿਲੀ ਗੱਲ ਤਾਂ ਜਦੋਂ ਹਾਰ ਜਾਂਦਾ ਬੰਦਾ ਉਹ ਆਊਟ ਹੋ ਜਾਂਦਾ, ਠੀਕ ਹੈ ਜੀ। ਉੱਥੇ ਹੁਣ ਜਿਹੜੇ ਜਿੱਤੇ ਹੋਏ MLA ਨੇ ਪਹਿਲਾਂ ਉਹਨਾਂ ਨੂੰ ਪੈਸੇ ਮਿਲਣੇ ਆ, ਮਿਨਿਸਟਰਸ ਨੂੰ ਮਿਲਣੇ ਆ, ਅਤੇ ਅਸੀਂ ਤਾਂ ਫਿਰ ਬੇਨਤੀਆਂ ਕਰਕੇ ਕਹਿਣਾ ਬਾਈ ਜੀ ਸਾਡੇ ਵੀ ਲੋਕ ਹੈ ਜੀ, ਤਾਂ ਹੀ ਅੱਗੇ ਤੋਂ ਸਾਡੇ ਨਾਲ ਉਹਨਾਂ ਨੇ ਜੁੜਨਾ ਜੇ ਅਸੀਂ ਕੁਛ ਕਰਾਂਗੇ। 2 ਸੜਕਾਂ ਸਾਨੂੰ ਸ਼ਹਿਰ 'ਚੋਂ ਜਿਵੇਂ ਮਿਲੀਆਂ ਤਾਂ 33 ਫੁੱਟਾ ਰੋਡ ਮੈਨੂੰ ਇੱਕ ਜਦੋਂ ਸੜਕਾਂ ਦੀ ਗਲੀਆਂ ਨਾਲੀਆਂ ਦੀ ਗੱਲ ਹੁੰਦੀ ਅਕਸਰ ਕਹਿੰਦੇ ਵੀ ਸਾਨੂੰ ਹਾਲੇ ਤੱਕ ਸਿਆਸਤਦਾਨ ਗਲੀਆਂ ਨਾਲੀਆਂ ਦੀ ਜਾਂਦੇ। ਤੁਸੀਂ ਗਲਤ ਦੱਸੋ ਕਿ ਸਿਆਸਤ ਨਾ ਸੜਕਾਂ ਗਲੀਆਂ ਨਾਲੀਆਂ ਦੀ ਘੁੰਮੀ ਜਾਂਦੀ ਹੈ। ਤੁਸੀਂ 5 ਸਾਲਾਂ ਵਿੱਚ ਹਲਕੇ 'ਚ ਤੁਹਾਡੇ 'ਚ ਚਾਹੇ ਜਿੱਤੇ ਨੇ ਵੀ ਕੀਤਾ ਹੋਵੇ, ਤੁਹਾਡਾ ਵਿੱਚ ਯੋਗਦਾਨ ਰਿਹਾ ਹੋਵੇ, ਤੁਸੀਂ ਉਹ ਦੱਸ ਦਿਓ ਕਿ ਕੋਈ ਸਿਹਤ ਸਹੂਲਤਾਂ ਪੱਖੋਂ ਜਾਂ ਸਿੱਖਿਆ ਸਹੂਲਤਾਂ ਪੱਖੋਂ, ਸਿੱਖਿਆ ਅਤੇ ਸਿਹਤ ਦੇ ਪੱਖੋਂ ਕੀ ਹੋਇਆ ਇਸ ਹਲਕੇ ਦੇ ਵਿੱਚ ਪਿਛਲੇ 5 ਸਾਲ 'ਚ? ਦੇਖੋ ਜੀ ਸਾਡੇ ਇੱਕ ਚੌਂਤੇ 'ਚ ਕਈ ਪਿੰਡਾਂ 'ਚ ਅਸੀਂ ਸਮਾਰਟ ਸਕੂਲ ਤਕਰੀਬਨ 10-12 ਬਣਾ ਪਾਏ ਹਾਂ ਔਰ ਇੱਕ ਸਾਡੇ ਤਾਂ ਹੁਣ +2 ਤੱਕ ਵੀ ਸਕੂਲ ਅਸੀਂ ਕਰਵਾਏ ਆ, ਕਿਉਂਕਿ ਸਾਡਾ ਏਰੀਆ ਲੜਕੀਆਂ ਵਾਸਤੇ ਇੱਥੇ ਕਾਲਜ ਦੀ ਬੜੀ ਕੋਸ਼ਿਸ਼ ਕੀਤੀ। ਉਹ ਮਤਲਬ ਜੇ ਸ਼ਾਇਦ ਜਿੱਤ ਜਾਂਦੇ ਤਾਂ ਉਹ ਕਾਲਜ ਵੀ ਆ ਜਾਂਦਾ, ਕਾਲਜ ਸਾਡੇ ਨਾਲ ਦੇ ਹਲਕੇ ਵਾਲੇ ਲੈ ਗਏ ਹੈ ਜੀ। ਉਹੀ ਗੱਲ ਆ ਜਾਂਦੀ ਕਿ ਤੁਹਾਡਾ ਤਾਂ ਪਿਛਲਾ ਨੰਬਰ ਹੁੰਦਾ ਹੈ। ਅਤੇ ਮੈਂ ਸੜਕਾਂ ਜਿਹੜੀਆਂ ਮੇਨ ਨੇ ਹੁਣ ਆਪਣੇ ਇੰਨੀ ਆਵਾਜਾਈ ਹੈ, ਤੁਸੀਂ ਦੇਖੋ ਸਾਡੇ ਤਾਂ ਇੱਧਰ ਰੇਤੇ ਦੇ ਬਹੁਤ, ਕਿਉਂਕਿ ਜਿਹੜੀਆਂ ਵੀ ਖੱਡਾਂ ਮਨਜ਼ੂਰ ਹੁੰਦੀਆਂ ਨੇ ਉਹ ਰਸਤੇ ਸਾਡੇ ਹਲਕੇ ਦੇ ਵਰਤਦੀਆਂ ਨੇ, ਜਿਹੜੀਆਂ ਗੌਰਮੈਂਟ ਦੀਆਂ ਨੇ ਨਾ। ਬੜੇ ਲੋਕ ਕਹਿ ਦਿੰਦੇ ਆ ਜੀ ਪੁੱਠਾ ਸਿੱਧਾ ਵੀ ਕਹਿੰਦੇ ਆ ਵੀ ਇੰਨੇ, ਪਰ ਉਹਨਾਂ ਨੇ ਰਸਤਾ ਤਾਂ ਵਰਤਣਾ ਹੀ ਹੈ, ਭਾਵੇਂ ਜਿਹੜੀ ਆ ਸਰਕਾਰੀ ਰੇਤਾ ਚੱਲਦਾ। ਉਨੀਆਂ ਸੜਕਾਂ ਤਾਂ ਆਪਣੀਆਂ ਬਣਦੀਆਂ ਨਹੀਂ ਵਧੀਆ, ਉਹ ਫਿਰ ਉੱਥੇ ਹੀ ਡੈਮੇਜ ਹੋ ਜਾਂਦੀ ਹੈ ਨਾ ਜੀ। ਅਤੇ ਇਸ ਕਰਕੇ ਬਾਕੀ ਪਿੰਡਾਂ ਨੂੰ ਜਦੋਂ ਗ੍ਰਾਂਟਸ ਆਉਂਦੀਆਂ ਨੇ, ਤੁਸੀਂ ਜਿੰਨੇ ਸਰਪੰਚਾਂ ਕੋਲ ਸਾਡੇ 160 ਸਰਪੰਚ ਨੇ, ਉਹਨਾਂ ਨੂੰ ਜਾ ਕੇ ਪੁੱਛੋ ਕਿ ਕਿੰਨੇ ਪੈਸੇ ਅੱਜ ਤੁਹਾਡੇ ਖਾਤਿਆਂ 'ਚ ਆਏ। 1-1 ਕਰੋੜ ਦੇ ਕੰਮ ਵੀ ਇੱਕ ਪਿੰਡ 'ਚ ਹੋਏ। ਇੱਕ ਜਿਵੇਂ ਨਾਮਦੇਵ ਕਲੋਨੀ ਹੈ ਜੀ, ਉਹ ਜਗੀਰਪੁਰ ਦਾ ਪਹਿਲਾਂ ਹਿੱਸਾ ਸੀ, ਇਕੱਠਾ ਸੀ ਉਹ ਸਾਡਾ ਏਰੀਆ, ਅਤੇ ਕੁਦਰਤੀ ਮੇਰੇ ਦਿਮਾਗ 'ਚ ਆ ਗਿਆ ਵੀ ਇਹਦੇ ਕੋਲ ਜਿੰਨੀ ਆਬਾਦੀ ਹੈ ਇਹ ਅਲੱਗ ਸਾਡਾ ਪਿੰਡ ਬਣ ਸਕਦਾ। ਅਸੀਂ ਉਹਨੂੰ ਅਲੱਗ ਬਣਾ ਲਿਆ। ਅੱਜ ਉਹ ਅਲੱਗ ਵੀ 1 ਕਰੋੜ ਲੱਗ ਗਿਆ ਅਤੇ ਦੂਜੇ ਪਿੰਡ 'ਚ ਵੀ ਪੈਸੇ ਲੱਗ ਗਏ। ਸੋ ਇਹ ਮੈਂ ਮਿਹਨਤ ਕੀਤੀ, ਮੈਂ ਲੋਕਾਂ 'ਚ ਵੜ ਗਈ, ਮੈਂ ਸਮਝਿਆ ਕਿ ਅਸੀਂ ਕੀ ਕਰ ਸਕਦੇ ਹਾਂ। ਹੈ ਜੀ। ਫਿਰ ਤੁਸੀਂ ਇੱਥੇ ਦੇਖੋਗੇ ਇਸ ਵਾਰ ਤੁਸੀਂ ਮਿਹਨਤ ਕੀਤੀ, ਤੁਹਾਨੂੰ 5 ਸਾਲ ਤੁਸੀਂ ਕਹਿੰਦੇ ਹੋ ਤੁਸੀਂ ਹਲਕੇ 'ਚ ਕੰਮ ਕੀਤਾ, ਪਰ ਪਿਛਲੀ ਵਾਰ ਤੁਸੀਂ ਸਾਰਾ ਜਾਂਚ ਪੜਤਾਲ ਕੀਤੀ ਆ ਮਿਹਨਤ ਕਰਕੇ, ਦੇਖਿਆ ਤੁਸੀਂ ਪਿਛਲੀ ਵਾਰ ਕਮੀ ਕਿੱਥੇ ਰਹਿ ਗਈ ਜਿਹੜੀ ਇਸ ਵਾਰ ਪੂਰੀ ਕਰ ਦੂੰਗੇ? ਦੇਖੋ ਪਿਛਲੀ ਵਾਰ ਇਸ ਤਰ੍ਹਾਂ ਹੁੰਦਾ ਨਾ ਕਿ ਸਾਨੂੰ 12 ਕੁ ਦਿਨ ਮਿਲੇ ਸੀ ਜੀ ਜਦੋਂ ਟਿਕਟ ਅਨਾਊਂਸ ਹੋਈ ਹੈ। ਅਤੇ ਇਹ ਇਸ ਤਰ੍ਹਾਂ ਦਾ ਕੰਮ ਹੈ ਸਿਆਸਤ, ਇਹ ਜਿੰਨੇ ਵੀ ਸਾਰੇ ਲੋਕ ਲੱਗੇ ਹੁੰਦੇ ਆ ਆਪਣੀ ਮਿਹਨਤ ਕਰ ਰਹੇ ਹੁੰਦੇ ਆ, ਉਹ ਸਾਰੀ ਕੋਸ਼ਿਸ਼ਾਂ ਕਰਦੇ ਆ ਕਿ ਮੈਂ ਇਸ ਕੰਮ 'ਚ ਅੱਗੇ ਆਵਾਂ, ਮੈਂ ਆਵਾਂ। ਇੱਕ ਹਰ ਇੱਕ ਨੂੰ ਹੁੰਦਾ ਕਿ ਮੈਂ ਤਰੱਕੀ ਕਰਾਂ, ਅਤੇ ਉਹਦੇ 'ਚ ਲੱਕੀਲੀ ਮੈਨੂੰ ਚਾਂਸ ਮਿਲ ਗਿਆ ਕਿਉਂਕਿ ਮੇਰਾ ਪਰਿਵਾਰ ਵੀ, ਮੇਰੇ ਸਹੁਰਾ ਸਾਹਿਬ ਲਈ ਅਸੀਂ ਟਿਕਟ ਮੰਗਦੇ ਸੀਗੇ ਅਤੇ ਉਹਨਾਂ ਨੂੰ ਲੱਗਿਆ ਪਾਰਟੀ ਨੂੰ ਕਿ ਮੈਂ ਨਾਲ, ਚਲੋ ਮੇਰਾ ਨਾਮ ਸੀ ਕੁਛ % ਲੋਕਾਂ 'ਚ ਔਰ ਮੈਂ ਪਲੇਅਰ ਸੀ ਔਰ ਲੜਕੀਆਂ ਨੂੰ ਰਾਹੁਲ ਜੀ ਅੱਗੇ ਲੈ ਕੇ ਆ ਰਹੇ ਸੀ। ਲੜਕੀਆਂ ਵਾਲੇ ਕੋਟੇ 'ਚ ਮੇਰੇ ਪਰਿਵਾਰ, ਕਿਉਂਕਿ ਕਾਂਗਰਸੀ ਤਾਂ ਅਸੀਂ ਸੀਗੇ ਹੀ, ਜਦ ਤੋਂ ਕਾਂਗਰਸ ਪਾਰਟੀ ਦੀ ਸ਼ੁਰੂਆਤ ਹੋਈ ਹੈ, ਕਹਿ ਲਓ ਸਾਡੇ ਨਾਨਾ ਜੀ ਦਾਦਾ ਜੀ, ਉਦੋਂ ਤੋਂ ਇਸੇ ਪਾਰਟੀ ਨਾਲ ਇਹ ਪਰਿਵਾਰ ਸਾਡਾ ਆਉਂਦਾ ਚੱਲਿਆ। ਅਤੇ ਉਹ ਮੈਨੂੰ ਮੂਹਰੇ ਕਰਤਾ ਜੀ। ਉਦੋਂ 12 ਦਿਨ ਸੀ ਮੇਰੇ ਕੋਲੇ, 12 ਦੇ ਸਾਡਾ ਇਲਾਕਾ ਵੀ ਤੁਸੀਂ ਇੱਕ ਗੱਲ ਦੇਖਿਓ, ਇੰਨਾ ਵੱਡਾ ਇਹ ਹਲਕਾ ਹੈ ਜੀ, 160 ਪਿੰਡ, ਇੰਨਾ ਹੀ ਸਾਡਾ ਸ਼ਹਿਰ ਹੈ। 5 ਸਾਡੀਆਂ ਵਾਰਡਾਂ ਜਿਹੜੇ ਵੱਡੇ ਸ਼ਹਿਰਾਂ ਵਰਗੀਆਂ ਨੇ, ਅਤੇ ਤੁਸੀਂ ਹੈਰਾਨ ਰਹਿ ਜਾਓਗੇ ਮਤਲਬ ਜਿਹ 'ਚ ਪ੍ਰਵਾਸੀ ਲੋਕ, ਉੱਤਰਾਂਚਲ ਦੇ ਲੋਕ ਹੈ ਜੀ, ਬਿਹਾਰ ਦੇ ਲੋਕ, ਸਾਡੇ ਸਾਰਾ ਭਾਈਚਾਰਾ ਲੁਧਿਆਣੇ 'ਚ ਰਹਿੰਦਾ। ਉਹ ਤਾਂ ਅੱਧੇ ਤਾਂ ਬਿੱਟੀ ਨੂੰ ਵੀ ਨਹੀਂ ਜਾਣਦੇ ਹੈਗੇ, ਪੰਜਾਬੀ ਲੋਕ ਤਾਂ ਮੈਨੂੰ ਜਾਣਦੇ ਸੀ, ਪ੍ਰਵਾਸੀਆਂ ਨੂੰ ਤਾਂ ਹੁਣ ਜਾ ਕੇ ਮੈਨੂੰ ਦੱਸਣਾ ਪੈਂਦਾ ਕਿ ਮੇਰਾ ਨਾਮ ਬਿੱਟੀ ਹੈ ਔਰ ਮੈंने अपनी ज़िंदगी में ये किया है। तो आप देखो ਤੁਹਾਨੂੰ ਸਮਾਂ ਘੱਟ ਮਿਲਿਆ ਤਾਂ ਕਰਕੇ ਕਮੀ ਰਹਿ ਗਈ। ਮੈਨੂੰ ਇਹ ਮਹਿਸੂਸ ਹੁੰਦਾ ਕਿ ਬਹੁਤ ਘੱਟ ਸਮਾਂ ਸੀ, ਨਹੀਂ ਤਾਂ ਅਸੀਂ ਨੇੜੇ ਸੀ, ਨਹੀਂ ਤਾਂ 2500 ਵੋਟ ਸਾਨੂੰ ਹੋਰ ਚਾਹੀਦੀ ਸੀ। ਅਤੇ ਇਸ ਤਰ੍ਹਾਂ ਦੇ ਹਾਲਾਤ ਬਣੇ। ਬਾਕੀ ਮੈਂ ਇਸ ਨੂੰ ਚੰਗਾ ਹੀ ਸਮਝਿਆ ਕਿਉਂਕਿ ਜਦੋਂ ਕੋਈ ਕੰਮ ਦਾ ਤੁਹਾਨੂੰ ਤਜਰਬਾ ਹੀ ਤਾਂ ਹੁੰਦਾ ਜਦੋਂ ਲੀਡਰ ਹੀ ਤੁਸੀਂ ਤਾਂ ਬਣਦੇ ਹੋ। ਜੇ ਅਸੀਂ ਉਹ ਸਮਾਂ ਦੇਖਿਆ ਹਾਰ ਵਾਲਾ ਪਿੱਛੇ ਰਹਿ ਕੇ ਤਾਂ ਇੱਕ ਵਰਕਰ ਵਾਂਗੂ ਜਦੋਂ 5 ਸਾਲ ਤੁਸੀਂ ਗਲੀ ਫਿਰੇ, ਲੋਕਾਂ ਨੂੰ ਜਾਣਿਆ, ਹਲਕੇ ਦੇ ਵਿੱਚ ਕੰਮ ਕਿਹੜੇ ਹੋਣ ਵਾਲੇ ਨੇ, ਕਿਉਂਕਿ ਸਾਰੇ ਹਲਕੇ ਅਲੱਗ ਨੇ। ਕੌਨਫੀਡੈਂਟ ਬਹੁਤ ਹੋ, ਤੁਹਾਨੂੰ ਲੱਗਦਾ ਟਿਕਟ ਮਿਲ ਜੂ? ਟਿਕਟਾਂ ਤਾਂ ਹਾਲੇ ਅਨਾਊਂਸ ਨਹੀਂ ਹੋਈਆਂ।
ਬਿਲਕੁਲ ਜੀ, ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ ਮੈਂ ਆਪਣੀ ਡਿਊਟੀ ਨੂੰ ਇੰਨਾ ਸਹੀ ਤਰੀਕੇ ਨਾਲ ਕੀਤਾ ਹੈ। ਅਤੇ ਇਸ ਤਰ੍ਹਾਂ ਦੇ ਤਾਂ ਚਾਹੀਦਾ ਹੁੰਦਾ ਕੰਮ, ਜਿਹੜਾ ਜਿਸ ਨੂੰ ਵੀ ਆਪਾਂ ਇਹ ਦੇਣਾ ਹੈ ਸੇਵਾ। ਸੇਵਾ ਤਾਂ ਦੇਖੋ ਗੁਰੂ ਪਾਤਸ਼ਾਹ ਨੇ ਮੈਨੂੰ ਪਹਿਲਾਂ ਹੀ ਦਿੱਤੀ ਸੀ, ਔਰ ਜਿਹੜੇ ਇਹ 5 ਸਾਲ ਮੈਂ ਇਸ ਕਰਕੇ ਲੰਘਾਏ ਕਿ ਮੈਂ ਲੋਕਾਂ 'ਚ ਜਾ ਜਾ ਕੇ ਗਲਾ ਪਾੜ ਪਾੜ ਕੇ ਕਿਹਾ ਸੀ ਕਿ ਬਿੱਟੀ ਨੇ ਇੱਥੇ ਹੀ ਰਹਿਣਾ। ਜੇ ਅੱਜ ਮੈਨੂੰ ਇਹ ਮੌਕਾ ਲੋਕਾਂ ਨੇ ਦਿਵਾਇਆ, ਗੁਰੂ ਸਾਹਿਬ ਨੇ ਦਿੱਤਾ, ਤਾਂ 5 ਸਾਲ ਇਹ ਮੇਰੀ ਜ਼ੁਬਾਨ ਹੈ ਬਿੱਟੀ ਦੀ। ਜੇ ਤੁਸੀਂ ਮੈਨੂੰ ਵੋਟ ਪਾਓਗੇ, ਮੈਂ ਤੁਹਾਡਾ ਮੁੱਲ ਮੋੜਨਾ ਹੈ, ਤੁਹਾਡੀ ਮਦਦ ਕਰਨੀ ਹੈ, ਜਿੰਨੇ ਜੋਗੀ ਤੁਸੀਂ ਮੈਨੂੰ ਕਰੋਗੇ। ਉਹ ਮੈਂ 5 ਸਾਲ ਆਪਣਾ ਵਾਅਦਾ ਨਿਭਾਇਆ। ਵਾਅਦਾ ਤਾਂ ਹਰਜੋਤ ਕਮਲ ਕਹਿੰਦੇ ਮੈਂ ਵੀ ਨਿਭਾਇਆ, ਕੰਮ ਤਾਂ ਮੈਂ ਵੀ ਬਹੁਤ ਕੀਤਾ, ਮੇਰੀ ਟਿਕਟ ਕੱਟਦੀ। ਦੇਖੋ, ਬਾਕੀ ਤਾਂ ਕਿਸਮਤ ਨੇ ਫੈਸਲੇ ਕਰਨੇ ਆ, ਪਾਰਟੀ ਨੇ ਕਰਨੇ ਆ, ਅਸੀਂ ਸਾਰੇ ਕੰਮ ਹੀ ਕਰ ਸਕਦੇ ਹਾਂ ਸਾਰੇ। ਇਹ ਤਾਂ ਇੱਕ ਜਿਵੇਂ ਮਾਂ-ਬਾਪ ਤੋਂ ਸਾਰੇ ਬੱਚੇ ਮੰਗਦੇ ਹੁੰਦੇ ਆ ਕਿ ਮੈਂ ਇਸ ਵਾਰ ਵਧੀਆ ਕੀਤਾ ਹੈ, ਮੈਨੂੰ ਕਿਵੇਂ ਤੁਸੀਂ ਅੱਗੇ ਲੈ ਕੇ ਆਉਣਾ, ਮੈਨੂੰ ਕੀ ਸੇਵਾ ਦੇਣੀ ਹੈ। ਸਾਰੇ ਅਸੀਂ ਉਸੇ ਤਰ੍ਹਾਂ ਸੇਵਾਵਾਂ ਮੰਗਦੇ ਹਾਂ। ਬਾਕੀ ਪਾਰਟੀ ਪੱਧਰ 'ਤੇ ਉੱਪਰ ਦੇਖੋ, ਇਹ ਇੱਕ ਜੰਗ ਹੁੰਦੀ ਹੈ, ਇੱਕ ਤਰ੍ਹਾਂ ਦੀ ਲੜਾਈ ਹੈ ਵਿਚਾਰਾਂ ਦੀ, ਹੈ ਨਾ ਜੀ। ਕਿਸ ਤਰ੍ਹਾਂ ਸਾਰੀਆਂ ਆਪਾਂ ਮਿਹਨਤ ਕਰ ਰਹੇ ਹਾਂ, ਅਤੇ ਉਹਨਾਂ ਨੇ ਦੇਖਣਾ ਹੈ ਕਿ ਕਿੱਥੇ ਕਿਹੜਾ ਬੰਦਾ ਸਾਨੂੰ ਸਹੀ ਤਰੀਕੇ ਨਾਲ ਲੀਡ ਕਰ ਸਕਦਾ, ਕਿਹਦਾ ਤਜਰਬਾ ਵਧੀਆ। ਭਰੋਸਾ ਮਿਲਿਆ ਕਿਤੋਂ, ਸੀਐਮ ਤੋਂ ਜਾਂ ਪਾਰਟੀ ਪ੍ਰਧਾਨ ਤੋਂ? ਦੇਖੋ, ਸਾਰੇ ਸਾਡੇ ਲੀਡਰਸ ਬਹੁਤ ਅੱਛੇ ਹੈ, ਉਹਨਾਂ ਨੇ ਤਾਂ ਦੇਖਣਾ ਕਿ ਬੈਸਟ ਅਸੀਂ ਕੀ ਕਰ ਸਕਦੇ ਹਾਂ ਸਾਡੇ ਲੋਕਾਂ ਲਈ। ਜਿਹਨੂੰ ਹੱਲਾਸ਼ੇਰੀ ਦਿੱਤੀ ਵੀ ਕੰਮ ਕਰੋ? ਨਹੀਂ, ਲੋਕਾਂ ਤਾਂ ਦੇਖੋ ਸਰਵੇ ਹੈ, ਜੋ ਲੋਕਾਂ 'ਚੋਂ ਆਵਾਜ਼ ਜਾਣੀ ਹੈ ਉਹੀ ਸਾਡੇ ਪ੍ਰਧਾਨ ਜੀ ਨੇ ਅੱਗੇ ਦੱਸਣਾ, ਉਹੀ ਸਾਡੇ ਸੀਐਮ ਸਾਹਿਬ ਨੇ ਦੱਸਣਾ, ਸਾਰੇ ਅਬਜ਼ਰਵਰ। ਸਰਵੇ ਕੀ ਕਹਿੰਦਾ ਬੀਟੀ ਨੂੰ ਦੁਬਾਰਾ ਟਿਕਟ ਮਿਲੂਗੀ? ਇਹ ਤਾਂ ਪਾਰਟੀ ਨੂੰ ਪਤਾ ਹੈ ਜੀ। ਮੈਂ ਕਿਸੇ ਬੰਦਿਆਂ ਨੂੰ ਨਹੀਂ ਐਂ ਕਹਿੰਦੀ, ਮੇਰੇ ਬਾਰੇ ਫੋਨ ਆਉਂਦੇ ਆ ਪਾਰਟੀ ਦੇ ਉੱਤੋਂ, ਅਬਜ਼ਰਵਰਸ ਦੇ ਫੋਨ ਆਉਂਦੇ ਆ, ਅਤੇ ਚਾਹੇ ਜਿਵੇਂ ਵੀ ਹੈ ਮੈਂ ਆਪਣੇ ਤਰੀਕੇ ਨਾਲ ਮਿਹਨਤ ਕਰ ਸਕਦੀ ਹਾਂ, ਪਰ ਕਿਸੇ ਨੂੰ ਮੈਂ ਬਦਲ ਤਾਂ ਨਹੀਂ ਸਕਦੀ। ਮੈਂ ਧੱਕੇ ਨਾਲ ਕਦੇ ਕੋਈ ਗੀਤ ਨਹੀਂ ਸੀ ਵੀਰੇ ਗਾਇਆ, ਨਾ ਮੈਂ ਧੱਕੇ ਨਾਲ ਆਪਣੇ ਲੋਕਾਂ ਨੂੰ ਕਹਿਣਾ ਤੁਸੀਂ ਕੋਈ ਪਾਉਂਦਾ ਧੱਕੇ ਨਾਲ। ਮੈਨੂੰ ਕੋਈ ਕਹਿ ਦੇ ਕਿ ਧੱਕੇ ਨਾਲ ਇਹਨੂੰ ਵੋਟ ਪਾ ਦੇ, ਮੈਂ ਕਦੇ ਨਹੀਂ ਪਾਉਂਦੀ। ਹਰ ਇੱਕ ਦੇ ਅੰਦਰ ਰੱਬ ਵੱਸਦਾ, ਹਰ ਇੱਕ ਨੂੰ ਪਤਾ ਹੈ ਸਹੀ ਕੀ ਹੈ। ਮੇਰੀ ਕੋਸ਼ਿਸ਼ ਹੈ ਕਿ ਜੇ ਮੈਨੂੰ ਗੁਰੂ ਪਾਤਸ਼ਾਹ ਨੇ ਇਹ ਮੌਕਾ ਦੇਤਾ, 20 ਸਾਲ ਮੇਰੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਮੈਨੂੰ ਤਾਂ ਬੰਨ੍ਹ ਲਿਆ ਪਿਆਰ ਨਾਲ। ਜਿਹਨੇ 20 ਸਾਲ ਬੱਚੇ ਸੀ ਜਿਹੜੇ 2017 ਦੇ ਵਿੱਚ ਜਿਹੜੇ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀ, ਹੁਣ ਤੁਸੀਂ ਇਹ ਨਾ ਕਹਿ ਦਿਓ ਉਦੋਂ ਕੈਪਟਨ ਸੀਗੇ ਬਦਲ ਗਏ, ਹੈ ਨਾ। ਉਹ ਪਾਰਟੀ ਤੁਹਾਡੀ ਸੀ, ਤੁਹਾਡੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਸੀ ਉਦੋਂ। 2017 'ਚ ਜਿਹੜੇ ਵਾਅਦੇ ਕੈਪਟਨ ਨੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਬੇਅਦਬੀ ਦਾ ਇਨਸਾਫ ਅਧੂਰਾ ਪਿਆ, ਡਰੱਗ ਵਾਲੇ ਮਸਲੇ 'ਤੇ ਅਧੂਰੇ, ਹੋਰ ਬਹੁਤ ਸਾਰੇ ਨੇ, ਚਾਹੇ ਜਿਹੜੇ ਛੋਟੇ ਮੋਟੇ ਵਰ ਸੀ, ਘਰ ਨੌਕਰੀ ਜਾਂ ਹੋਰ ਬਹੁਤ ਸਾਰੇ ਸੀਗੇ, ਬਹੁਤ ਸਾਰੇ ਉਹਨਾਂ 'ਚੋਂ ਅਧੂਰੇ ਨੇ। ਤਾਂ ਹੁਣ ਜਦੋਂ ਤੁਸੀਂ ਦੁਬਾਰਾ ਉਹੀ ਵਾਅਦੇ ਲੈ ਕੇ ਜਾਓਗੇ ਤਾਂ ਲੋਕ ਸਵਾਲ ਕਰਨਗੇ। ਦੇਖੋ, ਮੈਂ ਇਹ ਸਮਝਦੀ ਹਾਂ ਕਿ ਬਹੁਤ ਹੱਦ ਤੱਕ ਮੇਰੇ ਆਪਣੇ ਇਲਾਕੇ ਦਾ ਕੰਮ ਬਹੁਤ ਹੋਇਆ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋਗੇ, ਪਹਿਲੇ ਸਾਲ ਤੋਂ ਮੋਟੇ ਤੌਰ 'ਤੇ ਦੋ ਮੁੱਦੇ ਪੁੱਛਣਾ, ਪਹਿਲਾਂ ਬੇਅਦਬੀ ਦੀ ਗੱਲ ਕਰਦਾ ਮੈਂ, ਅਤੇ ਦੂਜਾ ਡਰੱਗ ਮਾਫੀਆ ਦੀ ਗੱਲ ਕਰਦਾ। ਦੇਖੋ, ਕਾਨੂੰਨ ਦੇ ਹਿਸਾਬ ਨਾਲ ਕਿੱਦਾਂ ਚੱਲਦਾ ਇਹਦੀ ਮੈਨੂੰ ਨਹੀਂ ਨੌਲੇਜ, ਕਿਸ ਤਰ੍ਹਾਂ ਚੱਲ ਰਿਹਾ ਹੈ, ਪਰ ਜੋ ਸਰਕਾਰ ਕਰ ਸਕਦੀ ਹੈ ਚੰਨੀ ਸਾਹਿਬ ਨੇ ਕੀਤਾ, ਚਾਹੇ ਜਿਵੇਂ ਮਰਜ਼ੀ ਉੱਥੇ ਪਹੁੰਚ ਕੇ ਕੀਤਾ। ਇਹ ਕੋਈ ਸੌਖਾ ਨਹੀਂ ਹੈ। ਜਿਹੜੇ ਮਾਫੀਏ ਨੇ ਉਹ ਇੰਨਾ ਜ਼ਿਆਦਾ ਪਾਵਰਫੁਲ ਹੋ ਚੁੱਕੇ ਹੈ ਜੀ, ਉਹ ਲੜਨ ਲਈ ਤਾਂ ਸਾਨੂੰ ਅਸੀਂ ਤਾਕਤਾਂ ਮੰਗਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਮਾਫੀਆਸ ਤੋਂ ਬਚਾਵਾਂਗੇ, ਤਾਂ ਹੀ ਬਚਾਵਾਂਗੇ ਜੇ ਸਾਨੂੰ ਤੁਸੀਂ ਤਾਕਤਵਰ ਕਰੋਗੇ। ਜੇ ਆਪਾਂ ਤੁਸੀਂ ਬੈਕਗਰਾਊਂਡ ਦੇਖੋ, ਕੋਈ ਵੀ ਬੰਦੇ ਨੂੰ ਤਾਕਤ ਬਿੱਡੀ ਜੀ ਹੁਣ ਕਿਹੜੀ ਤਾਕਤ ਭਾਲਦੇ ਹੋ? 5 ਸਾਲ ਤੁਹਾਨੂੰ ਸਰਕਾਰ ਦੇ ਤੇ ਮਾਫੀਆ ਸਾਰਾ ਚੱਲੀ ਜਾਂਦਾ। ਇਹ ਮੇਰੀ ਤੁਸੀਂ ਗੱਲ ਕਰੋਗੇ ਰਾਜੇ, ਮੈਂ ਤਾਂ ਨਾ ਤਾਂ ਗਵਰਨਮੈਂਟ 'ਚ ਸੀ, ਮੈਂ ਇੱਕ ਪਾਰਟੀ, ਜਦੋਂ ਬੰਦਾ ਹਾਰ ਗਿਆ ਇੱਕ ਵਰਕਰ ਦੇ ਤੌਰ। ਤੁਸੀਂ ਆਵਾਜ਼ ਚੱਕੀ ਕਦੇ ਵੀ? ਹਲਕੇ ਦੇ ਲੋਕ ਆਹ ਕਹਿੰਦੇ ਨੇ ਆਹ ਇਨਸਾਫ ਚਾਹੀਦਾ। ਬਹੁਤ ਜ਼ਿਆਦਾ ਆਵਾਜ਼ਾਂ ਚੱਕੀਆਂ ਨੇ। ਕੈਪਟਨ ਕੋਲੇ ਗਏ ਕਦੇ ਵੀ ਆਹ ਕੰਮ ਨਹੀਂ ਹੋਏ? ਹਾਂਜੀ, ਮੈਂ 100% ਆਪਣੀ ਕੀ ਕਹਿੰਦੇ ਸੀ ਕੈਪਟਨ? ਮੈਂ ਉਹਨਾਂ ਦੇ ਕੰਨ 'ਚ ਦੱਸ ਕੇ ਆਉਂਦੀ ਸੀ ਜੀ, ਉੱਥੇ ਆ ਜਿਹੜਾ ਸਾਡੇ ਅੱਜ ਵੀ ਚੌਂਤੇ 'ਚ ਸਾਡੇ ਨਸ਼ੇ ਦੀ ਪ੍ਰੋਬਲਮ ਆ ਰਹੀ ਹੈ। ਜੋ ਮੈਨੂੰ ਪਤਾ ਲੱਗਦਾ ਸੀ, ਸਾਡੇ ਹਰਪ੍ਰੀਤ ਸਿੱਧੂ ਜੀ ਨੂੰ ਮੈਂ ਕਈ ਵਾਰ ਜਾ ਕੇ ਦੱਸਿਆ, ਔਰ ਇੱਕ ਵਾਰ ਲੱਕੀਲੀ ਤਾਂ ਮੈਂ DGP ਸਾਹਿਬ ਨੂੰ ਕੁਦਰਤੀ ਮੇਰਾ ਉਹਨਾਂ ਨਾਲ ਵੀ ਗੱਲ ਹੋ ਗਈ, ਅਤੇ 2 ਮੈਨੂੰ ਯਾਦ ਹੈ SHOs ਦੀਆਂ ਸੀ, ਉਸੇ ਦਿਨ ਟਰਾਂਸਫਰ ਹੋਈ ਸੀ। ਸੋ ਕੋਸ਼ਿਸ਼ਾਂ ਨੇ, ਬਟ ਜਿਹੜੀਆਂ ਮਾਫੀਆ ਹੈ, ਮੈਂ ਇਹ ਦੱਸਣਾ ਚਾਹੁੰਦੀ ਹਾਂ ਵੀਰੇ, ਉਹ ਇੰਨਾ ਜ਼ਿਆਦਾ ਤਾਕਤਵਰ ਹੈ, ਬਹੁਤ ਜ਼ਿਆਦਾ ਸਰਕਾਰ ਨਾਲੋਂ ਜ਼ਿਆਦਾ ਤਾਕਤਵਰ ਮਾਫੀਆ। ਦੇਖੋ, ਜੇ ਸਰਕਾਰ 'ਚ ਵਿੱਚ ਰਲ ਮਿਲ ਜਾਂਦੇ ਆ ਬੰਦੇ, ਬਹੁਤ ਲੋਕ ਨੇ ਸਾਰੇ। ਤੁਹਾਡੀ ਸਰਕਾਰ 'ਚ ਕਿਹੜੇ ਬੰਦੇ ਰਲੇ ਤੁਹਾਡੀ ਸਰਕਾਰ ਦੇ? ਨਹੀਂ, ਮੈਂ ਕਿਸੇ ਨੂੰ ਪਰਸਨਲੀ ਨਹੀਂ ਦੱਸਦੀ, ਨਾ ਕਹਿ ਸਕਦੀ ਹਾਂ, ਕਿਉਂਕਿ ਇਹ ਤਾਂ, ਪਰ ਫਿਰ ਵੀ ਜੇ ਤੁਸੀਂ ਤਾਕਤਵਰ ਕਰੋਗੇ ਚੰਗੇ ਬੰਦਿਆਂ ਨੂੰ, ਜਦ ਤੁਸੀਂ ਲੋਕਾਂ ਨੂੰ ਪਤਾ ਲੱਗਣ ਲੱਗ ਜਾਂਦਾ ਕੌਣ ਬੰਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਕੇ ਆਇਆ, ਉਹਨੇ ਆਪਣੀ ਪਹਿਲਾਂ ਤਾਂ ਜ਼ਿੰਦਗੀ 'ਚ ਕੀ ਕੀਤਾ, ਮਿਹਨਤ ਕੀਤੀ ਹੈ ਕਦੇ। ਜੇ ਤਾਂ ਤੁਸੀਂ ਮਿਹਨਤੀ ਬੰਦੇ ਨੂੰ ਅੱਗੇ ਲਿਆਉਂਗੇ ਤਾਂ ਉੱਦਾਂ ਦੇ ਕੰਮ ਹੋਣੇ ਲੱਗ ਜਾਣਗੇ। ਜੇ ਹੁਣ ਕੋਈ ਬੰਦਾ ਜਿਸ ਤਰ੍ਹਾਂ ਦੇ ਕੰਮ ਤਾਂ ਪਹਿਲਾਂ ਹੋਰ ਅਗਲਾ ਲਾਈਨ 'ਚ ਸੀਗਾ, ਅਤੇ ਉਹਨੂੰ ਤੁਸੀਂ ਕਹਿ ਤਾ ਕਿ ਵੀ ਹਾਂ ਭਾਈ ਤਾਕਤ ਵੀ ਲੈ ਗਿਆ, ਧੱਕੇ ਨਾਲ ਲੈ ਗਿਆ,
ਇਹ ਅਸਲ 'ਚ ਜਿਹੜੀ ਇਲੈਕਸ਼ਨਸ ਜੋ ਮੈਂ ਸਮਝਿਆ ਰਾਜੇ, ਇਹਦੇ 'ਚ ਇਹ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਸਲਾਹਾਂ ਕਰਨੀਆਂ ਚਾਹੀਦੀਆਂ ਨੇ। ਸਲਾਹਾਂ ਕਰਕੇ ਆਪਣੀ ਵੋਟਿੰਗ ਕਰਨੀ ਚਾਹੀਦੀ ਹੈ ਕਿ ਸਾਡੇ ਹੁਣ ਇਹ ਉਮੀਦਵਾਰ ਨੇ, ਇਹਨਾਂ 'ਚੋਂ ਇਹ ਬੰਦੇ ਨੇ ਕਿੰਨੀ ਪੜ੍ਹਾਈ ਕੀਤੀ ਆ, ਇਹਨੇ ਆਪਣੀ ਜ਼ਿੰਦਗੀ ਦੇ 40-50 ਸਾਲ ਪਿਛਲੇ ਛੱਡੇ ਆ, ਕਿੰਨਿਆਂ ਕੁ ਨਾਲ ਧੋਖੇ ਕਰੇ ਆ, ਕਿੰਨਿਆਂ ਕੁ ਨਾਲ ਕੀ ਕੀਤਾ ਇਹਨੇ, ਕਦੇ ਅਸੀਂ ਸੋਚਦੇ ਨਹੀਂ। ਜ਼ਿਆਦਾਤਰ ਲੋਕ ਜਿਹੜੇ ਪਿੰਡਾਂ 'ਚ ਨੇ, ਕਈ ਵਿਚਾਰੇ ਪ੍ਰਵਾਸੀ ਵੀ ਨੇ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦੀ ਹਾਂ ਕਿ ਤੁਸੀਂ ਹੁਣ ਸਾਡੇ ਪੰਜਾਬ 'ਚ ਰਹਿਣ ਲੱਗ ਗਏ ਅਤੇ ਤੁਸੀਂ ਪੰਜਾਬੀ ਵੀ ਬੋਲਦੇ ਹੋ, ਤੁਹਾਨੂੰ ਸੋਚਣਾ ਵੀ ਤਾਂ ਭਾਵਨਾ ਵੀ ਸਾਡੇ ਵਾਲੀ ਲੈ ਕੇ ਆਉਣੀ ਪੈਣੀ ਹੈ। ਤੁਹਾਡੀ ਬੜੀ ਵੋਟ ਹੈ ਇੱਥੇ ਲੁਧਿਆਣੇ 'ਚ, ਮੈਂ ਤਾਂ ਉਹਨਾਂ 'ਚ ਵੀ ਰੋਜ਼ ਜਾ ਕੇ ਆਪਣਾ ਮੇਰਾ ਗਲਾ ਦੀ ਹਾਲਤ ਦੇਖੋ। ਜਿੰਨਾ ਮੈਂ ਕਹਿ ਸਕਦੀ ਹਾਂ ਆਪਣੀ ਡਿਊਟੀ ਨਿਭਾਉਂਦੇ ਹੋਏ ਕਿ ਸਹੀ ਫੈਸਲੇ ਲੈਣੇ ਆਪਾਂ ਲਈਏ। ਜੇ ਆਪਾਂ ਚੰਗੇ, ਜੇ ਅੱਜ ਹੁਣ ਕੋਈ ਚੀਜ਼ ਨਹੀਂ ਮੈਂ ਕਰ ਪਾਈ, ਉਹਨਾਂ ਨੂੰ ਇਹ ਦੱਸਿਆ ਕਿ ਕਿਉਂ ਨਹੀਂ ਕਰ ਪਾਈ, ਕਿਉਂਕਿ ਮੈਂ ਸਰਕਾਰ 'ਚ ਨਹੀਂ ਹੈਗੀ ਸੀ। ਮੈਂ ਫਿਰ ਵੀ ਤੁਹਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੁਹਾਡੀ ਭੈਣ 'ਚ ਕੋਈ ਤਾਕਤ ਦੀ ਕਮੀ ਹੈ। ਡਟ ਕੇ ਤੁਹਾਡੀ ਜੋ ਤੁਸੀਂ ਮੈਨੂੰ ਦੱਸਦੇ ਸੀ, ਡਟ ਕੇ ਆਪਣੀ ਸਰਕਾਰ ਨੂੰ ਵੀ ਦੱਸਦੀ ਸੀ, ਪਾਰਟੀ ਨੂੰ ਵੀ ਦੱਸਦੀ ਸੀ। ਪਰ ਜਦੋਂ ਉੱਪਰਲੇ ਲੈਵਲ 'ਤੇ ਇੰਨਾ ਕੁਛ ਰਲ ਮਿਲ ਵਿੱਚ ਹੋ ਜਾਂਦਾ, ਮੇਰੇ ਵਰਗੇ ਨੂੰ ਤਾਂ, ਮੈਂ ਤਾਂ ਆਪਣੇ ਆਪ ਨੂੰ ਬਚਾਉਂਦੇ ਮਸਾਂ ਦੁਬਾਰਾ ਤੋਂ ਇੱਕ ਚਾਂਸ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਸੀਂ ਕੈਪਟਨ ਦੇ ਸ਼ਹਿਰ ਦੇ ਹੋ, ਖਾਸੋਂ ਕੈਪਟਨ ਦੇ ਰਹੇ ਹੋ, ਮੰਨਿਆ ਜਾਂਦਾ ਤੁਸੀਂ ਕੈਪਟਨ ਦੇ ਖਾਸ ਹੋ, ਕੈਪਟਨ ਦੇ ਸ਼ਹਿਰ ਦੇ ਹੋ। ਕੈਪਟਨ ਦਾ ਜਾਣਾ ਇੱਕੋ ਦਮ ਤੁਹਾਨੂੰ ਕਿਵੇਂ ਲੱਗਿਆ, ਪਾਰਟੀ ਦਾ ਫੈਸਲਾ? ਦੇਖੋ, ਮੈਨੂੰ ਤਾਂ ਦੁੱਖ ਹੁੰਦਾ ਹੈਗਾ ਕਿਉਂਕਿ ਪੰਜਾਬ ਲਈ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਔਰ ਜਿਹੜੇ ਲੋਕ ਆ, ਅਸੀਂ ਜੁੜ ਜਾਂਦੇ ਹਾਂ ਇੱਕ ਬੰਦੇ ਨਾਲ, ਭਾਵੇਂ ਉਹ ਕਿਸੇ ਵੀ ਪੋਜੀਸ਼ਨ 'ਤੇ ਕੰਮ ਕਰਦਾ ਹੈ, ਉਹਦੀ ਕੀਮਤ ਬਣਦੀ ਆਉਂਦੀ ਜਾਂਦੀ ਹੈ। ਸਾਰੇ ਇੱਕ ਟਾਈਮ ਸੀ, ਕੈਪਟਨ ਸਾਹਿਬ ਦੀ ਸਰਕਾਰ ਬਣੀ, ਅਸੀਂ ਉਹਨਾਂ ਕੋਲ ਤਾਂ ਟਿਕਟ ਮੰਗੀ ਕਿਉਂਕਿ ਅਸੀਂ ਕਾਂਗਰਸ ਦਾ ਪਰਿਵਾਰ ਸੀਗੇ ਵੀਰ ਜੀ। ਅਸੀਂ ਹੋਰ ਪਾਰਟੀ 'ਚ ਤਾਂ ਜਾਣਾ ਨਹੀਂ ਸੀ, ਅਸੀਂ ਤਾਂ ਕਾਂਗਰਸ ਤੋਂ, ਉਹ ਕਾਂਗਰਸ ਦੇ ਪ੍ਰਧਾਨ ਸੀ, ਇਸ ਕਰਕੇ ਉਹ ਪਟਿਆਲੇ ਸੀ। ਮੇਰੀ ਕਿਸਮਤ ਕਿ ਉਹਨਾਂ ਨੇ ਡਟ ਕੇ ਵੀ ਇਸ ਧੀ 'ਤੇ ਵਿਸ਼ਵਾਸ ਕੀਤਾ ਔਰ ਲੜਾਇਆ ਮੈਨੂੰ। ਭਾਵੇਂ ਅਸੀਂ ਥੋੜ੍ਹੀਆਂ ਵੋਟਾਂ 'ਤੇ ਰਹਿ ਗਏ, ਪਰ ਮੈਂ ਮਿਹਨਤ ਨਹੀਂ ਛੱਡੀ। ਮੈਨੂੰ ਸੀਗਾ ਕਿ ਮੇਰੇ ਕੋਲ ਮੌਕਾ ਹੈ 5 ਸਾਲ ਸਰਕਾਰ, ਲੋਕ ਮੇਰੇ 'ਤੇ ਕਿਉਂ ਯਕੀਨ ਕਰਨ। ਅੱਜ ਭਾਵੇਂ ਸਿਆਸੀ ਬੰਦੇ ਬਹੁਤ ਮੈਨੂੰ ਕਹਿ ਦੇਣਗੇ ਕਿ ਸਿਆਸਤ ਇੱਦਾਂ, ਪਰ ਮੇਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੇ ਲੋਕਾਂ ਦਾ ਮੈਂ ਵਿਸ਼ਵਾਸ ਜਿੱਤਣ 'ਚ ਕਾਮਯਾਬ ਹੋਈ ਹਾਂ। ਜੋ ਕੰਮ ਮੈਂ ਕਰਵਾ, ਕਿਉਂਕਿ ਇਹ ਤਾਂ ਇੱਕ ਕੰਮ ਕਰਾਉਣ ਵਾਲੀ ਇੱਕ ਨੌਕਰੀ। ਕੈਪਟਨ ਦਾ ਜਾਣਾ ਕਿਵੇਂ ਲੱਗਿਆ ਬੇਟੀ ਜੀ? ਨਹੀਂ ਹੋਣਾ ਚਾਹੀਦਾ, ਮੈਂ ਇਹ ਸਮਝਦੀ ਹਾਂ। ਮਤਲਬ ਕੈਪਟਨ ਵਧੀਆ ਕੰਮ ਕਰ ਰਹੇ ਸੀ, ਨਹੀਂ ਸੀ ਜਾਣਾ ਚਾਹੀਦਾ ਉਹਨਾਂ ਨੂੰ? ਪਰ ਹੁਣ ਜੇ ਉਹਨਾਂ ਦਾ ਆਪਣਾ ਕੀ ਮਜਬੂਰੀਆਂ ਸੀਗੀਆਂ, ਕਿਉਂਕਿ ਸਿਆਸਤ ਰੋਜ਼ ਬਦਲਦੀ ਹੈ। ਮੈਂ ਤਾਂ ਇਹ ਸਮਝਦੀ ਹਾਂ ਕਿ ਮਜਬੂਰੀ ਨਾ ਬਣਨ ਦੇਵੇ ਕੋਈ ਵੀ ਜਿਹੜਾ ਸਿਆਸਤਦਾਨ ਹੈ, ਆਪਣੇ ਆਪ ਨੂੰ ਇੰਨਾ ਨਿਰਲੇਪ ਰੱਖੇ ਸਿਆਸਤ ਤੋਂ ਕਿ ਉਹਦੀ ਕੋਈ ਮਜਬੂਰੀ ਨਾ ਹੋਵੇ ਕਿ ਤੁਹਾਨੂੰ ਮਜਬੂਰੀ 'ਚ ਫਿਰ ਕੁਛ ਇਸ ਤਰ੍ਹਾਂ ਦੇ ਫੈਸਲੇ ਲੈਣੇ ਪੈ ਜਾਣ ਜਿਹੜਾ ਸਾਡੀ ਲਾਈਫ ਦਾ ਕੀਤਾ ਕਰਾਇਆ ਤੁਹਾਡਾ ਉਹ ਵੀ ਜਾਵੇ ਅਤੇ ਲੋਕਾਂ ਦਾ ਪਿਆਰ ਵੀ ਜਾਵੇ। ਸੋ ਮੈਂ ਤਾਂ ਸਾਰੇ ਲੀਡਰਸ ਨੂੰ, ਲੋਕਾਂ ਨੂੰ ਕਹਿੰਦੀ ਹਾਂ ਐਵੇਂ ਦੇ ਲੀਡਰ ਚੁਣੋ ਜਿਨ੍ਹਾਂ ਦੀ ਕੋਈ ਮਜਬੂਰੀ ਨਹੀਂ ਹੈਗੀ ਸਿਆਸਤ। ਉਹ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ, ਕਾਰਜਸ਼ੈਲੀ ਕਿਹਦੀ ਵਧੀਆ, ਬਿਹਤਰ ਸੀਐਮ ਕੌਣ ਆ ਦੋਨਾਂ 'ਚੋਂ? ਦੇਖੋ, ਜੋ ਅੱਜ ਚੰਨੀ ਜੀ ਨੇ ਪਿਆਰ ਖੱਟਿਆ ਲੋਕਾਂ ਦਾ, ਤੁਸੀਂ ਪਿੰਡ ਜਾ ਕੇ ਦੇਖੋ, ਕਿਉਂਕਿ ਅਹਿਮ ਫੈਸਲੇ ਉਹਨਾਂ ਨੇ ਕੀਤੇ ਹੈ। ਔਰ ਧੰਨਵਾਦ ਰਾਹੁਲ ਗਾਂਧੀ ਜੀ ਦਾ ਕਿ ਜਿਨ੍ਹਾਂ ਨੇ, ਉਹਨਾਂ ਨੇ ਟਾਈਮ ਬਹੁਤ ਦਿੱਤਾ ਲੋਕਾਂ ਨੂੰ ਹੁਣ ਟਾਈਮ ਹੀ ਤਾਂ ਦੇਣਾ ਹੁੰਦਾ। ਤੁਸੀਂ ਚਾਹੇ 9 ਤੋਂ 5 ਦੇ ਦਿਓ, 9 ਤੋਂ 11 ਦੇ ਦਿਓ, ਇਹ ਤਾਂ 24 ਘੰਟੇ ਨੌਕਰੀ ਹੈ। ਜੇ ਕਿਸੇ ਨੇ ਦੁੱਖ ਤਕਲੀਫ ਤੁਹਾਡੇ ਕੋਲ ਲੈ ਕੇ ਆਉਣਾ ਤਾਂ ਉਹਨਾਂ ਨੇ ਸੁਣਿਆ ਨੈਚੁਰਲੀ। ਬਸ ਕੀ ਲੱਗਦਾ ਕੈਪਟਨ ਨੂੰ ਇਹੀ ਚੀਜ਼ ਲੈ ਕੇ ਬਹਿ ਗਈ ਕਿ ਲੋਕਾਂ ਦੇ ਐਕਸੈਸ ਨਹੀਂ ਸੀਗੇ, ਈਵਨ ਲੋਕਾਂ ਦੇ ਛੱਡੋ, MLAs ਦੇ, ਮੰਤਰੀਆਂ ਦੇ? ਬਿਲਕੁਲ ਉਸ ਚੀਜ਼ ਦਾ ਬੜਾ ਘਾਟਾ ਪਿਆ ਕਿਉਂਕਿ ਜਿਹੜੀ ਸਾਰੀ ਟੀਮ ਸੀਗੀ ਉਹਨਾਂ ਨੇ ਜਿਵੇਂ ਲੁਕੋ ਲਿਆ ਸੀਗਾ ਕੈਪਟਨ ਸਾਹਿਬ ਨੂੰ, ਅਤੇ ਉੱਥੇ ਤੱਕ ਆਵਾਜ਼ ਨਹੀਂ ਸੀ ਜਾਂਦੀ ਸ਼ਾਇਦ। ਮੈਂ ਤਾਂ ਬਹੁਤ ਛੋਟੀ ਹਾਂ। ਮੈਂ ਤਾਂ, ਤੁਸੀਂ ਕਦੇ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ? ਤੁਹਾਡੀ ਆਵਾਜ਼ ਵੀ ਕਦੇ ਲੁਕੋਈ ਕੈਪਟਨ ਦੀ ਜਿਹੜੀ ਉਹ ਟੀਮ ਸੀ ਉਹਨੇ? ਬਹੁਤ ਵਾਰ। ਹਾਂ, ਕਿੰਨੀ ਵਾਰੀ? ਬਹੁਤ ਵਾਰ। ਸਾਰੇ ਅਸੀਂ ਕੋਈ ਉਹਦੇ 'ਚੋਂ ਲੰਘੇ ਹਾਂ, ਸਾਰਿਆਂ ਨੇ ਸਟਰਗਲ ਕੀਤਾ ਹੈ। ਮੈਨੂੰ ਤਾਂ ਐਂ ਲੱਗਦਾ ਸੀ ਵੀ ਉਹਨਾਂ ਦਾ ਟਾਈਮ ਬੜਾ ਵੈਲਿਊਏਬਲ ਹੈ ਅਤੇ ਮੈਂ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਸੀਗੀ ਜੀ। ਬਸ ਹੀ ਤਾਂ ਜਿਹੜੇ ਅੱਗੇ ਟੀਮ ਸੀ ਉਹਨਾਂ ਨੂੰ ਬੜਾ ਕਹਿੰਦੇ ਸੀਗੇ। ਇੱਕ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਟਿਆਲਿਓਂ ਜਾ ਕੇ ਵਾਪਸ ਮੁੜ ਆਏ ਸੀ, ਸਮਾਂ ਨਹੀਂ ਸੀ ਦਿੱਤਾ। ਤੁਹਾਡੇ ਨਾਲ ਵੀ ਕਦੇ ਇੱਦਾਂ ਹੋਇਆ ਤੁਸੀਂ ਪਟਿਆਲਿਓਂ ਜਾ ਕੇ ਵਾਪਸ ਮੁੜੇ ਹੋ ਅਤੇ ਕੈਪਟਨ ਸਾਹਿਬ ਕਦੇ ਮਿਲੇ ਨਾ ਹੋਣ? ਬੜੀ ਵਾਰ ਮੁੜਿਆ, ਬੈਠ ਕੇ ਮੁੜਦੇ ਰਹੇ ਹਾਂ, ਕੋਸ਼ਿਸ਼ਾਂ ਬਹੁਤ ਕੀਤੀਆਂ, ਪਰ ਇਹ ਕਹਿੰਦੇ ਅੱਛੇ ਲੀਡਰ ਨੂੰ ਉਹਦੀ ਟੀਮ ਨੇ ਜਿਸ ਤਰ੍ਹਾਂ ਮਤਲਬ ਇਹ ਸਾਰਾ ਕੀਤਾ, ਮੈਨੂੰ ਤਾਂ ਟੀਮ ਵੀ ਬਹੁਤ ਪੂਰੀ ਜ਼ਿੰਮੇਵਾਰ ਹੈ। ਇਸ ਚੀਜ਼ ਦਾ ਦੁੱਖ ਹੁੰਦਾ ਹੈ ਕਿ ਕੋਈ ਬੰਦਾ ਮਿਹਨਤ ਜੇ ਕੀਤੀ ਸੀ ਤਾਂ ਹਾਲਾਤ ਕਿੱਥੋਂ ਕੀ ਬਣੇ। ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜਦੋਂ ਮੌਕਾ ਬਣ ਜਾਂਦਾ ਤਾਂ ਪੰਜਾਬ ਦਾ ਬੈਸਟ ਹੀ ਹੋਣਾ ਚਾਹੀਦਾ ਹੈ। ਅੱਛਾ, ਅਤੇ ਦੂਜਾ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਤੁਹਾਡੀ ਪਾਰਟੀ 'ਚ ਤੁਸੀਂ ਵੀ ਕਲਾਕਾਰ ਰਹੇ ਹੋ ਅਤੇ ਉਹ ਵੀ ਕਲਾਕਾਰ ਨੇ। ਸਿੱਧੂ ਮੂਸੇਵਾਲਾ ਤੁਹਾਡੀ ਪਾਰਟੀ 'ਚ ਨਵੇਂ ਸ਼ਾਮਲ ਹੋਏ ਨੇ। ਮੂਸੇਵਾਲਾ ਨਾ ਪੁਰਾਣੇ ਕਲਾਕਾਰਾਂ ਦਾ ਕਹਿੰਦੇ ਮੈਂ ਰਿਗਾਰਡ ਬਹੁਤ ਕਰਦਾ, ਜਿਸ ਤਰ੍ਹਾਂ ਗਾਣੇ 'ਚੋਂ ਇੱਕ ਜਸਵਿੰਦਰ ਬਰਾੜ ਦਾ ਉਹਨਾਂ ਨੇ ਨਾਮ ਲਿਆ, ਮੇਜਰ ਰਾਜਸਥਾਨੀ ਦਾ ਨਾਮ ਲਿਆ, ਅਤੇ ਤੁਹਾਡੀ ਵੀ ਸਪੋਰਟ ਕਦੇ ਸਿੱਧੂ ਮੂਸੇਵਾਲੇ ਨਾਲ ਗੱਲ ਹੋਈ ਹੈ ਕਿ ਤੁਹਾਡੀ ਸਪੋਰਟ ਕਰਨਗੇ?
ਦੇਖੋ ਉਹ ਹੁਣੇ ਉਹਨਾਂ ਨੇ ਆਏ ਸਿਆਸਤ ਵਿੱਚ। ਸਿਆਸਤ 'ਚ ਪਹਿਲਾਂ ਆਪਣੇ ਪੈਰ ਹੀ ਲਗਾਉਣੇ ਬੜੇ ਔਖੇ ਹੋ ਜਾਂਦੇ ਆ। ਮੈਂ ਉਹਦੇ 'ਚੋਂ ਲੰਘੀ ਹਾਂ। 6 ਸਾਲ ਹੋ ਜਾਣੇ ਆ ਮੈਨੂੰ ਪੂਰਾ ਐਕਟਿਵ ਪੋਲੀਟਿਕਸ 'ਚ। ਮੈਂ ਰੋਜ਼ ਕੰਮ ਕੀਤਾ ਹੈ, ਰੋਜ਼ ਆਪਣੇ ਜਿਹੜੇ ਨਾਲ ਦੇ ਮੇਰੇ ਪਾਰਟੀ ਪ੍ਰਧਾਨ ਨੇ ਵਰਕ ਕਿਸੇ ਵੀ ਪੋਜੀਸ਼ਨ 'ਤੇ ਉਹਨਾਂ ਵਿੱਚ ਵਿਚਰੀ ਹਾਂ। ਸੋ ਇਹ 'ਚ ਸੈਟਲ ਹੋਣ ਨੂੰ ਬੜਾ ਟਾਈਮ ਲੱਗਦਾ। ਪਰ ਮੈਂ ਜਦੋਂ ਜੁਆਇਨ ਕੀਤਾ ਸੀ, ਮੈਂ ਜਿੱਥੇ ਮੈਨੂੰ ਲੋੜ ਸੀ ਪਾਰਟੀ ਨੂੰ, ਮੈਂ ਆਪਣੀ ਫਰਜ਼ ਸਮਝ ਕੇ ਗਈ ਵੀ ਹਾਂ। ਸੋ ਪਾਰਟੀ ਨੂੰ ਜਿੱਥੇ ਡਿਊਟੀ ਉਹਨਾਂ ਦੀ ਲਾਉਣਗੇ, ਮੈਨੂੰ ਪੂਰਾ ਭਰੋਸਾ ਉਹ ਜਾਣਗੇ। ਪਰ ਉਹਨਾਂ ਨੇ ਖੁਦ ਵੀ ਨਾਲ ਆਪਣੇ ਆਪ ਨੂੰ ਸੰਭਾਲਣਾ ਸਿਆਸਤ 'ਚ। ਤਾਂ ਮੈਨੂੰ ਉਮੀਦ ਹੈ ਕਿ ਉਹ ਅੱਛੇ ਤਰੀਕੇ ਨਾਲ, ਕਿਉਂਕਿ ਇੱਕ ਆਰਟਿਸਟ ਨੇ, ਲੋਕਾਂ ਨੂੰ ਪਿਆਰ ਕਰਦੇ ਆ, ਲੋਕ ਉਹਨਾਂ ਨੂੰ ਪਿਆਰ ਕਰਦੇ ਆ। ਅੱਜ ਜੇ 10 ਕਰੋੜ ਬੰਦਾ ਉਸ ਬੰਦੇ ਨੂੰ ਪਿਆਰ ਕਰ ਰਿਹਾ, ਤਾਂ ਮੈਂ ਇਹ ਸਮਝਦੀ ਹਾਂ ਔਰ ਅਰਦਾਸ ਕਰਦੀ ਹਾਂ ਕਿ ਗੁਰੂ ਸਾਹਿਬ ਉਹਨਾਂ 'ਤੇ ਆਸ਼ੀਰਵਾਦ ਰੱਖਣ ਔਰ ਉਹ ਚੰਗੇ ਤਰੀਕੇ ਨਾਲ ਇਹ ਸੇਵਾ ਜੋ ਉਹਨਾਂ ਨੂੰ ਮਿਲੀ ਹੈ ਇਹਨੂੰ। ਬਿੱਟੀ ਸਿੱਧੂ ਮੂਸੇਵਾਲਾ ਨੂੰ ਬੁਲਾਉਣਗੇ, ਸਾਹਨੇਵਾਲ 'ਚ ਪ੍ਰਚਾਰ ਦੇ ਲਈ ਬੁਲਾਉਣਗੇ? ਦੇਖੋ ਪਾਰਟੀ ਨੇ ਦੇਖਣਾ ਹੋਊਗਾ, ਜਿੱਥੇ ਜਿੱਥੇ ਉਹਨਾਂ ਦੀ ਲੋੜ ਹੋਏਗੀ। ਪਾਰਟੀ ਵੱਲੋਂ ਹੀ ਇਹ ਸਾਰੇ ਆਦੇਸ਼ ਹੁੰਦੇ ਹੈ, ਕੋਈ ਪਰਸਨਲ ਨਹੀਂ। ਸਾਨੂੰ ਪੁੱਛਿਆ ਜ਼ਰੂਰ ਜਾਂਦਾ ਹੈ, ਪਰ ਫਿਰ ਵੀ ਪਾਰਟੀ ਪੱਧਰ 'ਤੇ ਫੈਸਲੇ ਹੁੰਦੇ ਹੈ। ਜੋ ਉਹਨਾਂ ਦਾ ਫੈਸਲਾ ਹੋਊਗਾ ਪਾਰਟੀ ਦਾ, ਅਸੀਂ ਸਾਰੇ ਹੀ ਮੰਨਦੇ ਹਾਂ। ਮੈਨੂੰ ਕਹਿ ਦੇਣਗੇ ਤਾਂ ਮੈਂ ਵੀ ਹੈਲਪ 'ਤੇ ਜਾਊਂਗੀ। ਇੱਕ ਦੂਜੇ ਲਈ ਅਸੀਂ ਮਦਦਗਾਰ ਹੈਗੇ ਹਾਂ ਜੀ। ਬੇਟੀ ਇੱਕ ਜੂਝਦਾ ਪੰਜਾਬ ਪੈਰਲਲ ਪ੍ਰੈਸ਼ਰ ਗਰੁੱਪ ਇੱਕ ਮੰਚ ਬਣਿਆ, ਜੂਝਦਾ ਪੰਜਾਬ। ਉਹ 'ਚ ਕਲਾਕਾਰ ਨੇ ਅਮਿਤੋਜ ਮਾਨ, ਬੱਬੂ ਮਾਨ, ਸੀਪੀ ਗਿੱਲ, ਬਹੁਤ ਸਾਰੇ ਕਲਾਕਾਰ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਸਿਆਸਤ ਨਹੀਂ ਕਰਦੇ, ਕਿਉਂਕਿ ਜੇ ਅਸੀਂ ਸਿਆਸਤ ਦੇ ਵਿੱਚ ਆ ਗਏ ਤਾਂ ਅਸੀਂ ਸਵਾਲ ਕਿਵੇਂ ਕਰਾਂਗੇ ਜਿਹੜੀ ਸੱਤਾ ਧਿਰ ਹੋਊਗੀ। ਉਹਨਾਂ ਦਾ ਕਹਿਣਾ ਕਿ ਅਸੀਂ ਸਿਆਸਤ ਤੋਂ ਬਾਹਰ ਰਹਿ ਕੇ ਬਿਹਤਰ ਕੰਮ ਕਰ ਸਕਦੇ ਹਾਂ। ਦੇਖੋ, ਜੇ ਤਾਂ ਜਿਨ੍ਹਾਂ ਨੂੰ ਮੌਕੇ ਮਿਲਦੇ ਹੈ ਕਿਸੇ ਵੀ ਪਲੇਟਫਾਰਮ 'ਤੇ, ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਇੰਜੀਨੀਅਰ ਹੈ, ਜਿਨ੍ਹਾਂ ਦਾ ਬੜਾ ਤਜਰਬਾ ਹੈ ਜੀਵਨ 'ਚ, ਉਹਨਾਂ ਨੂੰ ਆਉਣਾ ਚਾਹੀਦਾ ਸਿਆਸਤ 'ਚ। ਕਿਉਂ ਨਹੀਂ ਆਉਣਾ? ਚੰਗੀ ਗੱਲ ਹੈ। ਮੈਂ ਤਾਂ ਕਹਿੰਦੀ ਹਾਂ, ਮੈਨੂੰ ਪਹਿਲਾਂ ਸਾਰੇ ਕਹਿੰਦੇ ਸੀ ਕਲਾਕਾਰ ਲੈ ਬੜੇ ਆਉਣ ਲੱਗੇ। ਮੈਂ ਕਿਹਾ ਇਹ ਤਾਂ ਬੈਸਟ ਆਪਸ਼ਨ ਹੈ ਕਲਾਕਾਰਾਂ ਲਈ। ਜਿਹੜਾ 5 ਸਾਲ ਤੋਂ ਮੈਂ ਜਾਂਦੀ ਸੀ ਜੀ ਲੋਕਾਂ ਤੋਂ, ਮੇਰਾ ਹੁਣ ਦੇਖੋ 45 ਦੇ ਮੈਂ ਕਰੀਬ ਹਾਂ। ਮੈਂ 40 ਸਾਲ ਹੀ ਮੈਂ ਲੋਕਾਂ 'ਚ ਤਾਂ ਲਾ ਲਓ ਮੈਂ ਜਾਂਦੀ ਰਹੀ ਹਾਂ। ਇਹ ਮੈਨੂੰ ਅਟੈਚਮੈਂਟ ਹੁੰਦੀ ਹੈ ਲੋਕਾਂ ਨਾਲ। ਜਿਵੇਂ ਦੇ ਤੁਸੀਂ ਕੰਮ ਕਰੋਗੇ ਉੱਦਾਂ ਦੇ। ਕਹਿੰਦੇ ਸਿਆਸਤ ਤੋਂ ਬਾਹਰ ਵਾਲਾ ਜਿਹੜਾ ਸਾਡਾ ਤਰੀਕਾ ਉਹ ਜ਼ਿਆਦਾ ਪ੍ਰਭਾਵਸ਼ਾਲੀ ਆ ਸਿਆਸਤ ਦੇ ਵਿੱਚ ਆਉਣ ਨਾਲੋਂ। ਅੱਛੀ ਗੱਲ ਹੈ। ਜਿਵੇਂ ਵੀ ਉਹਨਾਂ ਜੋ ਵੀ ਉਹ ਆਪਣੇ ਕੰਟਰੀ ਲਈ, ਆਪਣੇ ਪੰਜਾਬ ਲਈ ਗੱਲ ਤਾਂ ਕੁਛ ਕਰ ਰਹੇ ਨੇ ਨਾ, ਕਿਸੇ ਦੀ ਚੰਗੀ ਗੱਲ ਲਈ ਉਹ ਕੋਸ਼ਿਸ਼ ਕਰ ਰਹੇ ਨੇ। ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ। ਬਹੁਤ ਖੁਸ਼ੀ ਹੈ ਕਿ ਕੋਈ ਵੀ ਬੰਦਾ ਜੋ ਪੰਜਾਬ ਨੂੰ ਪਿਆਰ ਕਰਦਾ, ਆਪਣੇ ਲੋਕਾਂ ਨੂੰ ਪਿਆਰ ਕਰਦਾ, ਉਹੀ ਤਾਂ ਕੁਛ ਕਰ ਰਿਹਾ ਹੈ। ਸੋ ਅੱਛੀ ਗੱਲ ਹੈ ਜੀ। ਜਿਵੇਂ ਵੀ ਉਹ ਕਰਨ, ਚਾਹੇ ਉਹ ਵਿੱਚ ਆਉਣ ਸਿਆਸਤ ਦੇ, ਚਾਹੇ ਸਪੋਰਟ ਕਰਨ, ਚਾਹੇ ਜਿਸ ਤਰ੍ਹਾਂ ਵੀ ਮੁੱਦੇ ਚੱਕਣ, ਇਹਦੇ ਲਈ ਬਹੁਤ ਅੱਛੀ ਗੱਲ ਹੈ। ਕੌਣ ਟਾਈਮ ਪੰਜਾਬ ਕਾਂਗਰਸ 'ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਾਹ ਰੋਕਿਆ ਇੱਕ ਪਲੈਨਿੰਗ ਦੇ ਤਹਿਤ ਕਿ ਉਹ ਰੈਲੀ ਦੇ ਵਿੱਚ ਨਾ ਪਹੁੰਚਣ, ਅਤੇ ਦੂਜਾ ਉਹਨਾਂ ਜਿਹੜੀਆਂ ਬੱਸਾਂ ਸੀ ਦੂਰੋਂ ਵਰਕਰ ਆਏ ਸੀ ਉਹ ਰੋਕੀਆਂ ਗਈਆਂ ਕਿ ਰੈਲੀ 'ਚ ਇਕੱਠ ਨਾ ਹੋਵੇ। ਇਹ ਕਿਸਾਨ ਅੰਦੋਲਨ ਜਿਹੜਾ ਆਪਣਾ 1 ਸਾਲ ਤੋਂ ਦੇ ਕਰੀਬ ਆਪਣਾ ਵੱਧ ਚੱਲਿਆ, ਅਤੇ ਆਪਾਂ ਦਿੱਲੀ ਬੈਠੇ ਰਹੇ ਸਾਰੇ। ਔਰ ਮੈਂ ਖੁਦ, ਅਸੀਂ ਕਿਸਾਨੀ ਨਾਲ ਸੰਬੰਧਿਤ ਸਾਡੇ ਪਰਿਵਾਰ ਨੇ ਜੀ। ਮੈਂ ਜਾਂਦੀ ਰਹੀ ਹਾਂ, ਬੈਠ ਕੇ ਆਪਣੀ ਹਾਜ਼ਰੀ ਵੀ ਲਵਾਈ ਹੈ, ਲੋਕਾਂ ਨੂੰ ਵੀ ਮਿਲਦੀ ਰਹੀ ਹਾਂ। ਦੁੱਖ ਹੁੰਦਾ ਸੀ ਉੱਥੋਂ ਜਦੋਂ ਵੀ ਮੁੜਦੀ ਸੀ, ਅੱਖਾਂ ਭਰੀਆਂ ਹੁੰਦੀਆਂ ਸੀ ਕਿ ਉਹ ਬਜ਼ੁਰਗ ਸਾਡੇ ਦਾਦੇ ਹੈ ਜੀ, ਸਾਡੇ ਪਿਤਾ ਵਰਗੇ ਸਾਰਿਆਂ 'ਚੋਂ ਇੱਕੋ ਜਿਹੇ ਹੁੰਦੇ ਆ ਆਪਣੇ ਬਜ਼ੁਰਗ, ਉਹੀ ਜਿਹੀਆਂ ਪੱਗਾਂ ਬੰਨ੍ਹਦੇ, ਇੱਕੋ ਜਿਹੇ ਉਹਨਾਂ ਦੇ ਚਿਹਰੇ ਮੋਹਰੇ ਨੇ। ਅਤੇ ਉਹਨਾਂ ਦਾ ਦੁੱਖ ਦੇਖ ਕੇ ਜਦੋਂ ਮੁੜਦੇ ਸੀ ਤਾਂ ਹਰ ਪੰਜਾਬੀ ਦੇ ਦਿਲ 'ਚ ਦੁੱਖਾਂ ਨਾਲ ਭਰਿਆ ਹੋਇਆ। ਪੰਜਾਬ ਨਾਲ ਕਿਉਂ ਇਸ ਤਰ੍ਹਾਂ ਹੁੰਦਾ ਹੈ? ਮੇਰੀ ਗੱਲ ਸੁਣੋ, ਪੰਜਾਬ ਨੇ 99% ਕੁਰਬਾਨੀਆਂ ਦਿੱਤੀਆਂ। ਅਸੀਂ ਦੇਸ਼ ਨੂੰ, ਜਦੋਂ ਕੋਈ ਗੱਲਬਾਤ ਹੁੰਦੀ ਹੈ ਸਾਰੇ ਮੂਹਰੇ ਖੜ੍ਹੇ, ਹਾਂ ਭਈਆ ਅਸੀਂ ਬੈਠੇ ਹਾਂ ਤਾਂ ਖਬਰਦਾਰ ਸਾਡੇ ਦੇਸ਼ ਦੀ ਕੋਈ ਦੇਖਿਆ। ਮੈਂ ਇੰਨੇ ਗੀਤ ਗਾਏ, ਜੁਗ ਜੁਗ ਜੀਵੇ ਦੇਸ਼ ਮੇਰਾ, ਮੈਂ ਇਸ ਤੋਂ ਵਾਰੀ ਜਾ। ਸੋ ਇਹ ਜਜ਼ਬਾ ਹੈ ਸਾਡਾ ਪੰਜਾਬੀਆਂ ਦਾ। ਅਤੇ ਉੱਥੇ ਸਾਡੇ ਨਾਲ ਜੋ ਹਾਲਾਤ ਬਣੇ, ਉਹ ਸਾਰੇ ਇੰਨੀ ਛੇਤੀ ਕਿਸ ਤਰ੍ਹਾਂ ਲੋਕ ਭੁੱਲਣਗੇ? ਹੁਣ ਆਪਾਂ ਪੰਜਾਬੀ ਹਾਂ, ਆਪਾਂ BJP ਕਹਿੰਦੀ ਕਿਸਾਨਾਂ ਨਾਲ ਸਾਨੂੰ ਕੋਈ ਰੋਸਾ ਨਹੀਂ, ਕਿਸਾਨਾਂ ਨਾਲ ਕੋਈ ਸ਼ਿਕਵਾ ਨਹੀਂ ਹੈ। ਉਹ ਕਿਸਾਨ ਨਹੀਂ ਸੀ, ਪੰਜਾਬ ਸਰਕਾਰ ਨੇ ਸਾਡੀਆਂ ਬੱਸਾਂ ਰੋਕੀਆਂ ਜਿਹੜੇ ਵਰਕਰ ਬੱਸਾਂ ਭਰ ਕੇ ਆ ਰਹੇ ਸੀ। ਇਹ ਰਾਜੇ ਸ਼ੁਰੂ ਤੋਂ ਹੀ ਨਾ ਉਹ ਇਹਦਾ ਇਲਜ਼ਾਮ ਕਿਸਾਨੀ ਅੰਦੋਲਨ ਦਾ ਕਾਂਗਰਸ 'ਤੇ ਲਾ ਰਹੇ ਨੇ। ਸ਼ੁਰੂ ਤੋਂ ਤੁਸੀਂ ਜਦੋਂ ਪਹਿਲੇ ਤੋਂ ਬਿਆਨ ਪੜ੍ਹ ਲਓ ਇਹਨਾਂ ਦੇ, ਤੋਮਰ ਹੋਰਾਂ ਦੇ, ਕਾਂਗਰਸ ਇਹ ਕਰਵਾ ਰਹੀ ਹੈ, ਇਹ ਸਾਰੇ ਬੰਦੇ ਅੰਦੋਲਨ ਤਾਂ ਸਕਸੈਸਫੁਲ ਹੋਇਆ। ਇਹ ਨਿੱਜੀ ਸੀ ਹਰ ਇੱਕ ਦਾ। ਔਰ ਕਾਂਗਰਸ ਪਾਰਟੀ ਪੰਜਾਬੀਆਂ ਨੂੰ ਸਮਝਦੀ ਹੈ, ਤਾਂ ਉਹਨਾਂ ਨੇ ਇਸ ਤਰ੍ਹਾਂ ਦੇ ਮੇਰੇ ਵਰਗਿਆਂ ਨੂੰ ਚਾਂਸ ਦਿੱਤਾ ਹੈ। ਮੈਂ ਇਸ ਕਰਕੇ ਕਾਂਗਰਸ ਪਾਰਟੀ ਦਾ ਸਮਰਥਨ ਕਰਦੀ ਹਾਂ। ਅੱਜ ਰਾਹੁਲ ਗਾਂਧੀ ਜੀ ਦਾ, ਪ੍ਰਿਅੰਕਾ ਜੀ ਦਾ, ਸੋਨੀਆ ਜੀ ਦਾ, ਉਹ ਸੱਚ ਦੀ ਰਾਜਨੀਤੀ 'ਤੇ ਆ ਗਏ। ਉਹ ਸਹੀ ਫੈਸਲੇ ਲੈ ਰਹੇ ਨੇ। ਉਹਨਾਂ ਨੇ ਪਹਿਲੇ ਦਿਨ ਤੋਂ ਕਿਸਾਨਾਂ ਦਾ ਸਹੀ ਕਿਹਾ ਵੀ ਕਿਸਾਨਾਂ ਨੂੰ ਕਿਉਂ ਤੁਸੀਂ ਖਰਾਬ ਕਰ ਰਹੇ ਹੋ, ਅਸੀਂ ਬੰਦਿਆਂ ਨੂੰ ਦੇ ਦਈਏ ਹੁਣ ਆਪਣੀ ਖੇਤੀ, ਦੱਸੋ। ਅਤੇ ਉਹ ਸਾਡੇ ਜ਼ਖਮ ਸੀ। ਉਹੀ ਕਿਸਾਨ ਤਾਂ ਰਹਿੰਦਾ ਪੰਜਾਬ 'ਚ। ਅਸੀਂ ਤਾਂ ਉਹਨਾਂ ਦਾ ਦਰਦ ਸਮਝਿਆ।
ਜਦ ਕਿ ਉਹ ਸਾਡੇ 'ਤੇ ਕਾਂਗਰਸ 'ਤੇ ਹੀ ਸਾਰਾ ਇਲਜ਼ਾਮ ਲਾਈ ਜਾਂਦੇ ਸ਼ੁਰੂ ਤੋਂ, ਉਹਨਾਂ ਨੂੰ ਹੋਰ ਤਾਂ ਹੈ ਨਹੀਂ। ਉੱਥੇ ਤੁਸੀਂ ਆਪ ਦੇਖੋ ਲੱਖਾਂ ਕੁਰਸੀਆਂ ਲਾਤੀਆਂ, ਉੱਥੇ 4 ਬੰਦੇ ਨਹੀਂ ਸੀਗੇ, ਖਾਲੀ ਕੁਰਸੀਆਂ 'ਤੇ ਲੀਡਰ ਵਿਚਾਰੇ ਬੋਲਣ ਨੂੰ ਮਜਬੂਰ ਸੀਗੇ। ਸੋ ਮੈਂ ਤਾਂ ਇਹ ਸਮਝਦੀ ਹਾਂ, ਕੋਈ ਵੀ ਤੁਹਾਨੂੰ ਜੋਬ ਮਿਲਦੀ ਹੈ ਚਾਹੇ ਵੱਡੇ ਲੈਵਲ ਤੋਂ, ਤੁਸੀਂ ਪਹਿਲਾਂ ਲੋਕਾਂ 'ਚ ਆਪ ਬੈਠ ਕੇ ਗੱਲ ਤਾਂ ਕਰ ਲੈਂਦੇ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਉੱਥੋਂ ਬੇਨਤੀਆਂ ਮੈਂ ਤਾਂ ਆਪ ਕੀਤੀਆਂ ਸੀ ਵੀ ਮੈਂ ਡਾਕਟਰ ਹੋਣ ਦੇ ਨਾਤੇ, ਪ੍ਰਧਾਨ ਮੰਤਰੀ ਜੀ ਤੁਸੀਂ ਸਾਡੇ ਨਾਲ ਬੈਠੋ, ਸਾਡੇ ਲੋਕਾਂ ਦਾ ਦਰਦ ਸਮਝ ਕੇ। ਉਹਨਾਂ ਨੇ ਤਾਂ ਉਦੋਂ ਹੀ ਨਾਲ ਖੁਸ਼ ਹੋ ਜਾਣਾ ਸੀ ਵੀ ਸਾਡੇ ਨਾਲ ਗੱਲ ਵੀ ਕੀਤੀ ਆਪ ਤੇ ਸਾਡਾ ਸਾਰਾ ਸਹੀ ਕਰਤਾ। ਪਰ ਉਦੋਂ ਸਿਆਸਤ ਚੱਲ ਰਹੀ ਸੀ, ਅਤੇ ਇਹ ਚੀਜ਼ਾਂ ਜਦੋਂ ਸਿਆਸਤ ਨਾਲ ਜੁੜ ਜਾਂਦਾ ਹਰ ਬੰਦਾ ਅੱਜ ਵੀਰੇ ਸਮਝਦਾ ਹੈ, ਹਰ ਬੰਦੇ ਦੇ ਅੰਦਰ ਪਰਮਾਤਮਾ ਦਾ ਵਾਸ ਹੈ। ਪੰਜਾਬ ਸੱਚ ਦੀ ਰਾਜਨੀਤੀ ਚਾਹੁੰਦਾ ਹੈ, ਪੰਜਾਬ ਚੰਗੇ ਲੋਕ ਚਾਹੁੰਦਾ ਹੈ, ਅਤੇ ਮੈਂ ਤਾਂ ਅਰਦਾਸਾਂ ਕਰਦੀ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਐਸੇ ਚੰਗੇ ਲੋਕ ਦੇ ਪੰਜਾਬ ਨੂੰ, ਜਿਹੜੇ ਰੀਅਲ ਪੰਜਾਬੀਅਤ ਸਾਡੀ ਪੂਰੀ ਦੁਨੀਆ 'ਚ ਚੱਲੇ। ਔਰ ਪੰਜਾਬੀ ਤਾਂ ਹੈ ਹੀ ਕਹਿਣੇ ਤਾਂ ਪੂਰੀ ਦੁਨੀਆ ਨੂੰ ਮਤਲਬ ਲੀਡ ਕਰ ਸਕਦੇ ਆ। ਮੇਰਾ ਆਖਰੀ ਸਵਾਲ, ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਬੜਾ ਖਲਾਰਾ ਪੈ ਰਿਹਾ, ਹਾਲੇ ਟਿਕਟਾਂ ਹਾਲਾਂਕਿ ਅਨਾਊਂਸ ਨਹੀਂ ਹੋਈਆਂ, ਤੁਹਾਡੇ ਹਲਕੇ ਤੋਂ ਵੀ ਬਹੁਤ ਸਾਰੇ ਦਾਅਵੇਦਾਰ ਨੇ, ਤੁਹਾਡਾ ਵਿਰੋਧ ਵੀ ਹੋਏਗਾ, ਅਤੇ ਉਹ ਸਾਰੇ ਨੂੰ ਕਿਵੇਂ ਨਜਿੱਠੋਗੇ? ਦੇਖੋ ਮੈਂ ਪਰਸਨਲੀ ਨਹੀਂ ਸਮਝਦੀ ਕਿ ਮੇਰਾ ਸਭ ਨਾਲ ਪਿਆਰ ਵੀ ਹੈ, ਜਿੰਨੇ ਵੀ ਮੇਰੇ ਭੈਣ ਭਰਾ ਨੇ ਮੇਰੀ ਟੀਮ ਦੇ ਨੇ, ਸਾਰਿਆਂ ਨੇ ਆਪਣੀ ਕੋਸ਼ਿਸ਼ਾਂ ਕਰਨੀਆਂ ਨੇ ਕਿ ਮੈਨੂੰ ਇਹ ਜ਼ਿੰਮੇਵਾਰੀ ਮਿਲੇ, ਮੈਨੂੰ ਇਹ ਮਿਲੇ, ਔਰ ਮੈਂ ਸਾਰਿਆਂ ਦਾ ਸਤਿਕਾਰ ਕਰਦੀ ਹਾਂ। ਮੇਰੀ ਕਿਸਮਤ ਉਸ ਅਕਾਲ ਪੁਰਖ ਨੇ ਲਿਖੀ ਹੈ, ਇਸ ਇਲਾਕੇ 'ਚ ਮੇਰਾ ਆਉਣਾ, ਫਿਰ ਅਮਰੀਕਾ ਤੋਂ ਮੇਰਾ ਛੱਡ ਕੇ ਇੱਥੇ ਵਸ ਜਾਣਾ। ਸੋ ਇਹ ਮੇਰੀ ਤਕਦੀਰ ਹੈ, ਜੋ ਮੇਰੇ ਭਾਗਾਂ 'ਚ ਹੈ ਮੈਂ ਉਸ ਦਾ ਸਤਿਕਾਰ ਕਰੂੰਗੀ, ਆਪਣੀ ਪਾਰਟੀ ਦਾ ਧੰਨਵਾਦ ਕਰੂੰਗੀ, ਔਰ ਆਪਣੇ ਗੁਰੂ ਸਾਹਿਬ ਦਾ, ਔਰ ਆਪਣੇ ਲੋਕਾਂ ਨੂੰ ਜ਼ਰੂਰ ਕਹਿਣਾ ਕਿ ਜੇ ਬਿੱਟੀ ਨੂੰ ਇਸ ਵਾਰ ਮੌਕਾ ਮਿਲਦਾ ਤਾਂ ਇਹ ਮੌਕਾ ਮੇਰੇ ਲੋਕਾਂ ਦਾ ਹੈ। ਇਹ ਬਿੱਟੀ ਦੀ ਹਾਰ ਜਿੱਤ ਨਹੀਂ ਹੈ, ਲੋਕਾਂ ਦਾ ਬਿੱਟੀ ਹਾਰ ਗਈ, ਬਿੱਟੀ ਜਿੱਤ ਗਈ। ਬਿੱਟੀ ਤਾਂ ਇੰਨੀ ਮਿਹਨਤ ਕਰ ਚੁੱਕੀ ਹੈ, ਬੋਰੀ 'ਤੇ ਪੜ੍ਹ ਕੇ ਆਪਣੇ ਨਾਲ ਜਾ ਕੇ ਜਿਹੜੇ ਸਰਕਾਰੀ ਸਕੂਲ 'ਚ ਪੜ੍ਹ ਕੇ, ਹਾਕੀਆਂ ਖੇਡ ਕੇ ਨੌਕਰੀ ਵੀ ਕਰ ਲਈ, ਦੁਨੀਆ ਵੀ ਘੁੰਮ ਲਈ, 25-30 ਦੇਸ਼ ਵੀ ਘੁੰਮ ਲਏ। ਪਰ ਜੇ ਅੱਜ ਮੇਰਾ ਪਰਮਾਤਮਾ ਮੈਨੂੰ ਕੋਈ ਮੇਰੇ ਲੋਕਾਂ ਲਈ ਕੋਈ ਸੇਵਾ ਦੇ ਰਿਹਾ ਤਾਂ ਉਹ 101% ਮੈਂ ਤਹਿ ਦਿਲ ਤੋਂ ਕਰਨਾ ਚਾਹੁੰਦੀ ਹਾਂ। ਮੇਰੇ ਲੋਕ ਇਹ ਸਮਝਣ, ਮੇਰੇ ਇਲਾਕੇ ਦੇ ਲੋਕ ਸਾਰੇ ਪੰਜਾਬੀ, ਹਰ ਉਸ ਬੰਦੇ ਨੂੰ ਸਪੋਰਟ ਕਰੋ ਜਿਸ 'ਚੋਂ ਤੁਹਾਨੂੰ ਤੁਹਾਡਾ ਦਿਲ ਭਰੋਸਾ ਕਰਦਾ ਹੈਗਾ। ਇਹ ਮੈਂ ਜ਼ਰੂਰ ਬੇਨਤੀ ਕਰੂੰਗੀ ਸਾਰਿਆਂ ਨੂੰ। ਸ਼ੁਕਰੀਆ ਬਿੱਟੀ ਜੀ, ਬਹੁਤ ਧੰਨਵਾਦ ਤੁਹਾਡਾ। ਸੁਸ਼ਨ ਸਤਵਿੰਦਰ ਬਿੱਟੀ, ਜਿਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਜੋ ਕਮੀਆਂ ਰਹੀਆਂ ਉਹਨਾਂ ਨੂੰ ਅਸੀਂ ਇਸ ਵਾਰ ਪੂਰਾ ਕਰ ਲਿਆ, ਅਤੇ ਅਸੀਂ ਪੂਰੇ ਜੋਸ਼ ਦੇ ਨਾਲ ਇਸ ਵਾਰ ਚੋਣ ਮੈਦਾਨ ਦੇ ਵਿੱਚ ਹੋਵਾਂਗੇ ਅਤੇ ਜਿੱਤ ਵੀ ਦਰਜ ਕਰਾਂਗੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।